ਸਤਿ ਸ਼੍ਰੀ ਅਕਾਲ। ਮੁੱਦਾ ਗਰਮ ਹੈ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨ ਬੇਦੀ। ਆਮ ਤੌਰ ਤੇ ਬਿਆਨਬਾਜ਼ੀ ਜਦੋਂ ਹੁੰਦੀ ਹੈ ਤਾਂ ਉਹਦਾ ਰਿਐਕਸ਼ਨ ਵੀ ਦੇਖਣ ਨੂੰ ਮਿਲਦਾ ਹੈ। ਬੀਤੇ ਸਮੇਂ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਹੋਰਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਉਹਨਾਂ ਦੇ ਕੋਲ ਸਰਕਾਰ ਦੇ ਕੋਲ ਰਿਕਾਰਡ ਨਹੀਂ ਹੈ ਕਿ ਕਿੰਨੇ ਕਿਸਾਨਾਂ ਦੀ ਦਿੱਲੀ ਦੀਆਂ ਬਰੂਹਾਂ ਤੇ ਜਿਹੜੇ ਬੈਠੇ ਨੇ ਉਹਨਾਂ ਦੀਆਂ ਮੌਤਾਂ ਹੋਈਆਂ ਨੇ, ਉਹਦਾ ਕੋਈ ਆંકੜਾ ਨਹੀਂ ਹੈ ਤਾਂ ਮੁਆਵਜ਼ਾ ਕਿਸ ਨੂੰ ਦਿੱਤਾ ਜਾਵੇ। ਔਰ ਇਸ ਬਿਆਨ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਈਆਂ। ਕਿਸਾਨਾਂ ਦੇ ਵਿੱਚ ਗੁੱਸਾ ਜਿਹੜਾ ਦੇਖਿਆ ਜਾਣਾ ਸੁਭਾਵਕ ਸੀਗਾ। ਵੱਖ-ਵੱਖ ਪਾਰਟੀਆਂ ਦੇ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਗਈ। ਤਾਂ ਅੱਜ ਜਿਹੜੀ ਨਵੀਂ ਇਹਦੇ ਵਿੱਚ ਅਪਡੇਟ ਹੋਈ ਹੈ, ਖਾਸ ਤੌਰ ਤੇ ਅੱਜ ਕਿਸਾਨਾਂ ਦੀਆਂ ਹੋਈਆਂ ਮੌਤਾਂ ਦਾ ਜਿਹੜਾ ਰਿਕਾਰਡ ਨਾ ਹੋਣ ਦੇ ਦਾਅਵੇ ਦੀ ਜਿਹੜੀ ਜਾਂਚ ਦੇ ਲਈ ਜੇਪੀਸੀ ਗਠਿਤ ਕਰਨ ਦੀ ਮੰਗ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਸਮੇਤ 8 ਪਾਰਟੀਆਂ ਦੇ ਵੱਲੋਂ ਬਕਾਇਦਾ ਸਪੀਕਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ, ਆਪਣੀ ਮੰਗ ਰੱਖੀ ਗਈ ਔਰ ਬਹੁਤ ਇਸ ਸੰਬੰਧੀ ਹੀ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਪੂਰਾ ਪੈਨਲ ਮੌਜੂਦ ਰਹੇਗਾ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਾ ਦਿੰਦੇ ਆ। ਸਾਡੇ ਨਾਲ ਨਰਿੰਦਰ ਸੰਧੂ ਰਹਿਣਗੇ, ਕਾਂਗਰਸ ਦੇ ਵੱਲੋਂ ਹੈਗੇ ਨੇ, ਜੁਆਇੰਟ ਸੈਕਟਰੀ ਨੇ ਪੰਜਾਬ ਕਾਂਗਰਸ ਦੇ ਵਿੱਚ। ਤੇ ਇਸ ਤੋਂ ਇਲਾਵਾ ਸਾਡੇ ਨਾਲ ਕੁਲਦੀਪ ਸਿੰਘ ਧਾਲੀਵਾਲ ਰਹਿਣਗੇ, ਭਾਜਪਾ ਦੇ ਹੈਗੇ ਨੇ, ਮੈਂਬਰ ਵੀ ਨੇ ਔਰ ਬਹੁਤ ਬੇਬਾਕੀ ਦੇ ਨਾਲ ਆਪਣੀ ਰਾਏ ਰੱਖਦੇ ਨੇ। ਔਰ ਇਸ ਤੋਂ ਇਲਾਵਾ ਅਰਸ਼ਦੀਪ ਕਲੇਰ ਹੈਗੇ ਨੇ, ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਨਾਲ ਮੌਜੂਦ ਰਹਿਣਗੇ। ਸਾਰੇ ਮਹਿਮਾਨਾਂ ਦਾ ਧੰਨਵਾਦ ਹੈ ਸਾਡੇ ਨਾਲ ਜੁੜਨ ਦੇ ਲਈ। ਔਰ ਇੱਕ ਸਭ ਤੋਂ ਪਹਿਲਾ ਸਵਾਲ ਅਰਸ਼ਦੀਪ ਤੋਂ ਲੈ ਲੈਂਦੇ ਹਾਂ। ਅਰਸ਼ਦੀਪ, ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਪਹਿਲ ਕਦਮੀ ਕੀਤੀ ਗਈ ਹੈ ਨਾਲ ਸਾਹਿਬ ਨੂੰ ਲੈ ਕੇ, ਇਹ ਮੰਗ ਜਿਹੜੀ ਚੁੱਕੀ ਗਈ ਹੈ, ਲੱਗਦਾ ਕਿ ਕੋਈ ਬਦਲਾਵ ਆਵੇਗਾ, ਕੋਈ ਫਰਕ ਪਵੇਗਾ? ਕਿਉਂਕਿ ਸਰਕਾਰ ਤਾਂ ਬਿਲਕੁਲ ਸੁਣਨ ਦੇ ਮੂਡ 'ਚ ਲੱਗਦੀ ਨਹੀਂ ਕੇਂਦਰ ਦੀ। ਨਹੀਂ, ਮੈਂ ਤਾਂ ਸਭ ਤੋਂ ਪਹਿਲਾਂ ਇਹ ਗੱਲ ਕਹਿਣੀ ਚਾਹੁੰਦਾ ਜੀ ਕਿ ਅੱਜ 8 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਇਸ ਅੰਦੋਲਨ ਦਾ। 550 ਤੋਂ ਉੱਤੇ ਸ਼ਹੀਦੀਆਂ ਹੋ ਗਈਆਂ ਤੇ ਜਿਸ ਤਰ੍ਹਾਂ ਦਾ ਰੁਖ ਕੇਂਦਰ ਸਰਕਾਰ ਦਾ ਹੈ, ਇਹਨੂੰ ਤੁਸੀਂ ਡੈਮੋਕ੍ਰੇਸੀ ਨਹੀਂ ਕਹਿ ਸਕਦੇ, ਇਹ ਡਿਕਟੇਟਰਸ਼ਿਪ ਦੀ ਨੀਂਹ ਰੱਖੀ ਜਾ ਰਹੀ ਹੈ ਔਰ ਰੱਖ ਚੁੱਕੀ ਹੈ ਬੀਜੇਪੀ। ਔਰ ਦੂਸਰੀ ਜਿਹੜੀ ਵੱਡੀ ਗੱਲ ਹੈ, ਅਸੀਂ ਇਹ ਗੱਲ ਦੱਸਣੀ ਚਾਹੁੰਦੇ ਹਾਂ ਕਿ ਅੱਜ ਕਿਸਾਨੀ ਦੇ ਮੁੱਦੇ ਤੇ ਅਸੀਂ ਪਹਿਲਾਂ ਵੀ ਜਿਹੜਾ ਅੱਜ ਸਪੀਕਰ ਸਾਹਿਬ ਨੂੰ ਮਿਲੇ, ਇਸ ਤੋਂ ਪਹਿਲਾਂ ਕਾਂਗਰਸ ਦੇ ਵੀ ਜਿਹੜੇ ਉੱਥੇ, ਕਿਉਂਕਿ 52-53 ਐਮਪੀ ਕਾਂਗਰਸ ਦੇ ਵੀ ਹੈਗੇ ਨੇ, ਔਰ ਬਾਕੀ ਵਿਰੋਧੀ ਪਾਰਟੀਆਂ ਨੂੰ ਵੀ ਅਪੀਲ ਕਰਦੇ ਆ ਕਿ ਘੱਟੋ ਘੱਟ ਕਿਸਾਨੀ ਦੇ ਮੁੱਦੇ ਤੇ ਆਪਸੀ ਜਿਹੜੀ ਤੁਹਾਡੇ ਪੋਲੀਟੀਕਲ ਮਤਭੇਦ ਨੇ ਉਹਨਾਂ ਨੂੰ ਪਿੱਛੇ ਹਟੀਏ ਤੇ ਆਪਾਂ ਇਕੱਠੇ ਹੋਈਏ। ਪੰਜਾਬ ਵਿੱਚੋਂ ਕਾਂਗਰਸ ਦੇ ਕੋਲੇ 8 ਐਮਪੀ ਨੇ, ਉਹ ਐਮਪੀਆਂ ਨੂੰ ਵੀ ਆਪਣੇ ਜਿਹੜੇ ਦੂਜੇ ਐਮਪੀ ਨੇ ਕਾਂਗਰਸ ਦੇ, ਉਹਨਾਂ ਨੂੰ ਕਨਵਿੰਸ ਕਰਨਾ ਚਾਹੀਦਾ ਹੈ ਕਿ ਪੈਗਾਸਸ ਵਰਗੇ ਮੁੱਦੇ ਆਪਾਂ ਫੇਰ ਡਿਸਕਸ ਕਰ ਲਾਂਗੇ। ਅੱਜ ਮਸਲਾ ਸਾਡੀ ਫਸਲਾਂ ਦਾ ਤੇ ਨਸਲਾਂ ਦਾ ਖੜਾ ਹੋ ਗਿਆ। ਪਰ ਕਲੇਰ ਜੀ, ਉਹ ਕਾਂਗਰਸ ਵਾਲੇ ਤਾਂ ਕਹਿੰਦੇ ਅਸੀਂ ਤਾਂ ਜੰਤਰ ਮੰਤਰ ਤੇ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਬੈਠੇ ਆ, ਅਸੀਂ ਤਾਂ ਜਿਹੜਾ ਪਾਰਲੀਮੈਂਟ ਦੇ ਵਿੱਚ ਰਾਤ ਗੁਜ਼ਾਰ ਰਹੇ ਆ, ਪ੍ਰਦਰਸ਼ਨ ਕਰ ਰਹੇ ਆ। ਨਹੀਂ, ਮੈਂ ਇੱਕ ਗੱਲ ਕਹੂੰਗਾ ਜੀ ਕਿ ਠੀਕ ਹੈ, ਉਹ ਇੱਕ ਸਿੰਬੋਲਿਕ ਪ੍ਰੋਟੈਸਟ ਹੋ ਸਕਦਾ ਹੈ, ਪਰ ਅੱਜ ਲੋੜ ਹੈ ਕਿ ਐਸੇ ਸਟੈਪ ਲਈਏ ਜਿਨ੍ਹਾਂ ਦੇ ਨਾਲ ਇਹ ਕਾਨੂੰਨਾਂ ਨੂੰ ਪਿੱਛੇ ਧੱਕਿਆ ਜਾ ਸਕੇ, ਮੋਦੀ ਸਰਕਾਰ ਨੂੰ ਪਿੱਛੇ ਧੱਕਿਆ ਜਾ ਸਕੇ। ਔਰ ਤਾਂ ਹੀ ਮੈਂ ਕਹਿਣਾ ਕਿ ਜੇਪੀਸੀ ਗਠਿਤ ਹੋਣੀ ਬਹੁਤ ਜ਼ਰੂਰੀ ਹੈ। ਜਿਹੜੇ ਮੁੱਦੇ ਨੇ ਇਹ ਪਾਰਲੀਮੈਂਟ ਦੇ ਵਿੱਚ ਡਿਸਕਸ ਹੋਣੇ ਬਹੁਤ ਜ਼ਰੂਰੀ ਨੇ। ਇਹ ਕਾਲੇ ਕਾਨੂੰਨ ਦੀ ਚਰਚਾ ਬਹੁਤ ਜ਼ਰੂਰੀ। ਠੀਕ ਹੈ, ਜੰਤਰ ਮੰਤਰ ਤੇ ਬਹਿ ਜਾਣਾ, ਇਹ ਚੀਜ਼ਾਂ ਕਰ ਲੈਣੀਆਂ ਸਿੰਬੋਲਿਕ ਹੈ। ਜਿੱਦਾਂ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਹਨਾਂ ਨੇ ਉਹ ਕਾਨੂੰਨਾਂ ਦੇ ਵਿੱਚ ਸੌਦਾ ਕਰਕੇ ਕਾਨੂੰਨ ਹੀ ਮੰਨ ਲਏ। ਸੋ ਆਪਾਂ ਕੁਝ ਪ੍ਰੋਡਕਟਿਵ ਕਰੀਏ ਜੇ ਜੇਪੀਸੀ ਬਣਦੀ। ਔਰ ਕੱਲ ਨੂੰ ਮੇਰੀ ਫੇਰ ਅਪੀਲ ਹੈ ਕਿ ਰਾਸ਼ਟਰਪਤੀ ਨੂੰ ਮਿਲਣ ਜਾਣਾ, ਸੋ ਇਹ ਸਾਰੇ ਇਕੱਠੇ ਹੋ ਕੇ ਨਾਲ ਚੱਲਣ। ਔਰ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਅਗਵਾਈ ਕਰਨ ਦਾ ਵੀ ਸ਼ੌਕ ਨਹੀਂ। ਅਸੀਂ ਤਾਂ ਕਹਿੰਦੇ ਆ ਕਿ ਕਾਂਗਰਸ ਅਗਵਾਈ ਕਰ ਲਵੇ ਇਸ ਕੰਮ ਦੀ, ਹੋਰ ਜੇ ਕਿਸੇ ਦਲ ਨੇ ਅਗਵਾਈ ਕਰਨੀ ਹੈ ਉਹ ਕਰ ਲਵੇ। ਕਿਸਾਨਾਂ ਦੀ ਲੜਾਈ ਇਕੱਠੇ ਹੋ ਕੇ ਲੜੀਏ, ਕਿਉਂਕਿ ਅੱਜ ਦੇਸ਼ ਲਈ ਜੇ ਸਭ ਤੋਂ ਵੱਡਾ ਕੋਈ ਮੁੱਦਾ ਹੈ, 70% ਉਰੇ ਐਗਰੀਕਲਚਰ ਬੇਸਡ ਇਕਨੋਮੀ ਹੈ, ਆਪਾਂ ਉਹਨੂੰ ਬਚਾਉਣਾ ਹੈ। ਇਸ ਲਈ ਸਾਰਾ ਕੁਝ ਪਿੱਛੇ ਰੱਖੀਏ, ਪਹਿਲਾਂ ਇਸ ਲੜਾਈ ਨੂੰ ਇਕਜੁੱਟ ਹੋ ਕੇ ਤੇ ਇਕਮੁੱਠ ਹੋ ਕੇ ਲੜਨ ਦੀ ਲੋੜ ਹੈ। ਚਲੋ ਨਰਿੰਦਰ ਜੀ, ਇੱਕ ਕਮੈਂਟ ਤੁਹਾਡਾ ਵੀ ਲੈਣਾ ਚਾਹਾਂਗੇ। ਉਹ ਕਹਿੰਦੇ ਕਿ ਨਾਲ ਲੱਗੋ ਇਸ ਮੁੱਦੇ ਤੇ, ਤਾਂ ਮੈਨੂੰ ਲੱਗਦਾ ਕਹਿੰਦੇ ਕਿ ਸਭ ਨੂੰ ਇਕੱਠਿਆ ਹੋ ਜਾਣਾ ਚਾਹੀਦਾ। ਪਰ ਇੱਕ ਪੱਖ ਇਹ ਵੀ ਹੈ ਨਰਿੰਦਰ ਜੀ, ਪੰਜਾਬ ਦੇ ਵਿੱਚ ਤਾਂ ਹੁਣ ਨਵੀਂ ਪ੍ਰਧਾਨਗੀ ਹੋਈ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਦੇ, ਸਾਰਾ ਧਿਆਨ ਤਾਂ ਕਾਂਗਰਸ ਦਾ ਇੱਧਰ ਫੋਕਸ ਹੈ। ਥੈਂਕ ਯੂ ਗਗਨ ਜੀ। ਨਹੀਂ ਦੇਖੋ, ਪਹਿਲੋਂ ਤੇ ਮੈਂ ਸਰਦਾਰ ਅਰਸ਼ਦੀਪ ਗਿੱਲ ਜੀ ਦੀ ਮੈਂ ਤਾਰੀਫ ਕਰਾਂਗਾ ਜਿਨ੍ਹਾਂ ਨੇ ਬੜੀ ਪੋਜ਼ਿਟਿਵ ਗੱਲ ਕਹੀ ਹੈ। ਬਿਲਕੁਲ ਠੀਕ ਗੱਲ ਹੈ, ਜਦੋਂ ਇੱਕ ਦੇਸ਼ ਵਿਆਪੀ ਮੁੱਦਾ ਹੋਵੇ, ਖਾਸ ਤੌਰ ਤੇ ਕਿਸਾਨੀ ਦਾ ਮੁੱਦਾ ਹੋਵੇ, ਤੇ ਆਪਾਂ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ। ਦੇਖੋ, ਜੇ ਕਿਸਾਨ ਹੈ ਤੇ ਅਸੀਂ ਹੈ। ਉਹ ਪਹਿਲੇ ਇੱਕ ਗਾਣਾ ਆਂਦਾ था ना, है प्रीत यहाँ की रीत सदा, मैं गीत वहां के गाता हूँ, भारत का रहने वाला हूँ, भारत की बात सुनाता हूँ। ਉਹ ਗਾਣੇ ਸੁਣੀਦੇ ਤੇ ਦਿਲ ਦੇ ਵਿੱਚ ਜਜ਼ਬਾਤ ਤੇ ਜੋਸ਼ ਪੈਦਾ ਹੁੰਦਾ। ਪਰ ਅੱਜ ਉਹ ਭਾਰਤ ਕਿੱਥੇ ਚਲਾ ਗਿਆ, ਜਿਸ ਉਸ ਭਾਰਤ ਦੇਸ਼ ਦਾ ਪ੍ਰਧਾਨ ਮੰਤਰੀ ਕੁੰਭਕਰਨ ਨੀਂਦ ਸੌ ਗਿਆ। ਦੇਖੋ, ਅੰਤਰਰਾਸ਼ਟਰੀ ਮੰਚ ਤੋਂ ਲੈ ਕੇ ਅੱਜ 5ਵੀਂ ਦੇ ਬੱਚੇ ਨੂੰ ਵੀ ਪੁੱਛ ਲਓ ਤੇ ਉਹ ਕਿਸਾਨ ਅੰਦੋਲਨ ਦੀ ਹਮਾਇਤ ਤੇ ਖੜਾ ਹੈ।
ਕੋਈ ਪਾਰਟੀਆਂ ਦੀ ਤਾਂ ਗੱਲ ਇੱਕ ਬੰਨੇ ਛੱਡਦੀ ਨਾ, ਪਰ ਸਾਡੇ ਪ੍ਰਧਾਨ ਮੰਤਰੀ ਦੇ ਕੰਨਾਂ ਤੇ ਜੂੰ ਹੀ ਨਹੀਂ ਰੇਂਗ ਰਹੀ। ਅੱਜ ਤੋਮਰ ਜੀ ਨੇ ਤੇ ਇੱਕ ਹੋਰ ਹਾਸਵਾਣਾ ਬਿਆਨ ਦਿੱਤਾ ਵੀ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿੰਨੇ ਜਿਹੜੇ ਕਿਸਾਨ ਸਾਡੇ ਸ਼ਹੀਦ ਹੋ ਗਏ ਨੇ। ਕਿੰਨੀ ਵੇਖੋ ਬਚਕਾਨਾ ਬਣਾਉਣ, ਮੈਂ ਬਿਆਨ ਇਹਨੂੰ ਕਹੂੰਗਾ। ਤੁਹਾਡੀ ਇੰਟੈਲੀਜੈਂਸ ਕੀ ਕਰਦੀ ਹੈ? ਇੰਟੈਲੀਜੈਂਸ ਇੱਕ ਇੱਕ ਪਲ ਦੀ ਖਬਰ ਤੇ ਰੱਖਦੀ, ਕਿਸਾਨ ਕਿੱਥੋਂ ਆ ਰਹੇ, ਕਿੱਥੇ ਜਾ ਰਹੇ, ਕਿੰਨੇ ਬੰਦੇ ਨਾਲ ਇਕੱਠੇ ਹੋਏ, ਕੀ ਹੋਏ, ਕਿਵੇਂ ਹੋਏ, ਤੇ ਤੁਹਾਨੂੰ ਇਹ ਨਹੀਂ ਪਤਾ ਵੀ ਸਾਡੇ ਕਿੰਨੇ ਕਿਸਾਨ ਸ਼ਹੀਦ ਹੋ ਗਏ। ਪਰ ਬੜੀ ਮਾੜਾ ਨਰਿੰਦਰ ਜੀ, ਸਵਾਲ ਇਹ ਹੈ ਕਿ ਜੇਪੀਸੀ ਦੀ ਜਿਹੜੀ ਮੰਗ ਕੀਤੀ ਗਈ ਹੈ ਉਹਦੇ ਲਈ ਹੁਣ ਕਾਂਗਰਸ ਨਾਲ ਤੁਰੇਗੀ? ਬਿਲਕੁਲ ਤੁਰੇਗੀ ਜੀ। ਜੇਪੀਸੀ ਜੀ ਦੀ ਜਦੋਂ ਮੰਗ ਕੀਤੀ, ਜਦੋਂ ਆਪੋਜੀਸ਼ਨ ਸਾਰੀ ਨਾਲ ਤੁਰੇਗੀ ਤੇ ਆਪਾਂ ਜ਼ਰੂਰ ਤੁਰੇਗੀ। ਅਸੀਂ ਤੇ ਵੇਖੋ, ਤੁਹਾਨੂੰ ਤੁਸੀਂ ਪਹਿਲਾਂ ਦੱਸਿਆ ਵੀ ਅਸੀਂ ਜੰਤਰ ਮੰਤਰ ਤੇ ਪਿਛਲੇ 222 ਦਿਨ ਤੋਂ ਅਸੀਂ ਬੈਠੇ ਆ, ਤੇ ਸਾਡੇ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਤੇ ਬਿੱਟੂ ਜੀ, ਜਿਹੜੇ ਸਾਡੇ ਰਵਨੀਤ ਬਿੱਟੂ ਜੀ ਨੇ, ਉਹ ਤੇ ਤੁਹਾਨੂੰ ਪਤਾ ਹੀ ਹੈ ਪਰਸੋਂ ਅੰਦਰ ਹੀ ਸੌਂ ਗਏ ਸੀ ਵੀ ਅਸੀਂ ਪ੍ਰੋਟੈਸਟ ਕਰਨ ਵਾਸਤੇ ਰਹਿ ਜਾਣਾ। ਹਰਸਿਮਰਤ ਕੌਰ ਬਾਦਲ ਕਹਿੰਦੇ ਡਰਾਮਾ ਇਹ, ਹੋਰ ਕੁਝ ਨਹੀਂ ਹੈਗਾ, 1 ਘੰਟਾ ਫੋਟੋਆਂ ਖਿਚਾਈਆਂ, ਉਸ ਤੋਂ ਬਾਅਦ ਜਾ ਕੇ ਆਪਣੇ ਕਮਰਿਆਂ 'ਚ ਸੌਂ ਗਏ ਸੀਗੇ। ਚਲੋ ਜੀ, ਆਜ਼ਾਦ ਦੇਸ਼ ਦੇ ਪੰਛੀ ਨੇ, ਜੋ ਮਰਜ਼ੀ ਕਹਿ ਸਕਦੇ ਨੇ। ਹਰਸਿਮਰਤ ਕੌਰ ਬਾਦਲ ਨੇ ਅੱਜ ਫਿਰ ਇਹ ਬਿਆਨ ਕਿਉਂ ਦਿੱਤਾ ਵੀ ਆਪਾਂ ਨੂੰ ਸਾਰਿਆਂ ਨੂੰ ਇਸ ਪੰਜਾਬੀ ਮੁੱਦੇ ਤੇ ਇਕੱਠੇ ਹੋਣਾ ਚਾਹੀਦਾ? ਜੇ ਇਕੱਠੇ ਹੋਣਾ ਚਾਹੀਦਾ ਨਾ, ਤੇ ਕੋਈ 2% ਯੋਗਦਾਨ ਪਾ ਰਿਹਾ, 0.1% ਯੋਗਦਾਨ ਪਾ ਰਿਹਾ, ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਮੈਂ ਅੱਜ ਕਲੇਰ ਸਾਹਿਬ ਦੀ ਕਿਉਂ ਤਾਰੀਫ ਕੀਤੀ ਬਈ ਇਹਨਾਂ ਨੇ ਪੰਜਾਬੀ ਮੁੱਦੇ ਦੀ ਤਾਰੀਫ ਕੀਤੀ ਆ, ਕਿਸਾਨੀ ਦੀ ਤੇ ਕਿਸਾਨ ਬਚਾਓ ਦੀ ਗੱਲ ਕੀਤੀ, ਅਸੀਂ ਨਾਲ ਆ। ਅੱਜ ਇਹ ਡਿਬੇਟਾਂ ਕਰਨ ਦੇ ਬਥੇਰੇ ਸਮੇਂ ਨੇ। ਅੱਜ ਜੇ ਆਪਾਂ ਪੰਜਾਬ ਨੂੰ ਤੇ ਪੰਜਾਬੀ ਨੂੰ ਬਚਾ ਲਾਂਗੇ, ਤੇ ਮੈਨੂੰ ਲੱਗਦਾ ਹੈ ਬਹੁਤ ਵੱਡਾ ਪੱਗਾ ਆਉਣ ਵਾਲੀਆਂ ਨਸਲਾਂ ਵਾਸਤੇ ਇਹ ਇੱਕ ਸੇਧ ਹੋਏਗੀ। ਠੀਕ ਹੈ। ਅੱਛਾ ਧਾਲੀਵਾਲ ਜੀ, ਤੁਸੀਂ ਵੀ ਸਾਰੀ ਚੀਜ਼ਾਂ ਸੁਣ ਰਹੇ ਹੋ, ਬਹੁਤ ਬੇਬਾਕੀ ਦੇ ਨਾਲ ਰਾਏ ਰੱਖਦੇ ਹੋ। ਮੈਂ ਕਹਿੰਦਾ ਕਿ ਇਹਦੇ ਲਈ ਮੈਂ ਐਪਰੀਸ਼ੀਏਟ ਕਰੂੰਗਾ। ਬਹੁਤ ਘੱਟ ਨੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਹੜੇ ਭਾਜਪਾ ਨਾਲ ਸੰਬੰਧਿਤ ਤੇ ਬੇਬਾਕੀ ਰੱਖਦੇ ਨੇ ਅਜੇ ਵੀ, ਕਿਉਂਕਿ ਜੋ ਹਾਲ ਭਾਜਪਾ ਦਾ ਇਸ ਵੇਲੇ ਹੈਗਾ ਤਾਂ ਇਹ ਵੀ ਬਹੁਤ ਵੱਡੀ ਤੁਹਾਡੇ ਲਈ ਕਰਜ਼ ਵਾਲੀ ਗੱਲ ਹੈ। ਇੱਕ ਚੀਜ਼ ਜਾਣਨੀ ਚਾਹਾਂਗੇ, ਜੇਪੀਸੀ ਦੀ ਹੋਗੀ ਮੰਗ ਜਾਂ ਹੋਰ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ, ਕਿੱਦਾਂ ਸੁਣੂਗੀ ਕੇਂਦਰ ਦੀ ਸਰਕਾਰ? ਸ਼ਾਇਦ ਤੁਹਾਡਾ ਕਦੀ ਰਾਬਤਾ ਹੁੰਦਾ ਹੋਵੇ, ਤੁਸੀਂ ਬੈਠਦੇ ਹੋਵੋ, ਗੱਲਾਂ ਹੁੰਦੀਆਂ ਹੋਣ ਆਫ ਦਾ ਰਿਕਾਰਡ, ਲੱਗਦਾ ਕੋਈ ਹੱਲ ਕੱਢ ਲੈਣਗੇ? ਨਹੀਂ ਦੇਖੋ ਗਗਨ ਜੀ, ਗੱਲ ਇਹ ਹੈ ਜਿਹੜਾ ਤਾਂ ਹੱਲ ਕੱਢਣ ਦੀ ਗੱਲ ਹੈਗੀ ਹੈ। ਪਹਿਲੇ ਦਿਨ ਤੋਂ ਜਦੋਂ ਤੋਂ ਵੀ ਅੰਦੋਲਨ, ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਬਿਆਨ ਆਇਆ ਸੀ ਕਿ ਇੱਕ ਪਵਿੱਤਰ ਅੰਦੋਲਨ ਹੈ, ਅਸੀਂ ਹੱਥ ਜੋੜ ਕੇ, ਸਿਰ ਝੁਕਾ ਕੇ ਸਾਰੀਆਂ ਮੰਗਾਂ ਮੰਨਣ ਨੂੰ ਤਿਆਰ ਹੈ। ਔਰ ਸਾਰੀ ਦੁਨੀਆ ਨੇ ਦੇਖਿਆ ਕਿ ਪਹਿਲੀ ਵਾਰੀ ਇੱਕ ਸਰਕਾਰ ਹੈ ਕੇਂਦਰ ਦੇ ਵਿੱਚ ਜਿਹੜੇ ਆਪਦੇ ਕਿਸਾਨਾਂ ਦੇ ਅੱਗੇ ਹੱਥ ਜੋੜ ਕੇ, ਸਿਰ ਝੁਕਾ ਕੇ ਖੜੀ ਆ, ਭਾਵੇਂ ਜਿਸ ਤਰ੍ਹਾਂ ਦੀਆਂ ਮਰਜ਼ੀ ਘਟਨਾਵਾਂ ਹੋ ਜਾਣ। ਕਾਂਗਰਸ ਦੇ ਸਰਦਾਰ ਨਰਿੰਦਰ ਸਿੰਘ ਜੀ ਬੋਲ ਰਹੇ ਆ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਤਾਂ ਕਿਸਾਨੀ ਦੀ ਜਾਂ ਪੰਜਾਬੀਅਤ ਦੀ ਗੱਲ ਨਾ ਹੀ ਕਰੋ, ਕਿਉਂਕਿ ਜਿਨ੍ਹਾਂ ਨੇ ਅਕਾਲ ਤਖਤ ਢਾਇਆ, ਸਿੱਖਾਂ ਦੇ ਗਲਾਂ 'ਚ ਕਹਿਰ ਪਾਏ, ਉਹ ਮਤਲਬ ਪਾਰਟੀ ਜਿਹੜੀ ਹੈਗੀ ਆ ਉਹ ਕਿਵੇਂ ਪੰਜਾਬੀਅਤ ਦੀ ਗੱਲ ਕਰ ਸਕਦੀ? ਚਲੋ ਕਿਸਾਨੀ ਦੀ ਤੁਸੀਂ ਗੱਲ ਕਰਦੇ ਹੋ, ਤੁਸੀਂ ਕਰਜ਼ੇ ਨਹੀਂ ਮਾਫ ਕਰ ਸਕੇ। ਤੁਸੀਂ ਜਿਹੜਾ ਤੁਹਾਡੇ ਮਾਣਯੋਗ ਜਾਖੜ ਜੀ ਪ੍ਰਧਾਨ ਸੀ ਜਿਹੜੇ ਪੁਰਾਣੇ, ਉਹ ਖੁਦ ਸਟੇਜ ਤੋਂ ਮੰਨ ਗਏ ਕਿ ਜੇ ਕਿਤੇ ਆ ਕਿਸਾਨੀ ਮੁੱਦਾ ਨਾ ਹੁੰਦਾ, ਆਪਾਂ ਇਹਨੂੰ ਨਾ ਬਣਾਉਂਦੇ, ਤਾਂ ਇਹ ਸਾਰੇ ਧਰਨੇ ਆਪਣੇ 12 ਚ ਹੋਣੇ ਸੀ। ਤੇ ਆਪਣੇ ਵੀ 5 ਵੀ ਛੱਡੋ ਜੀ, ਹਰ ਬੱਚੇ ਨੂੰ ਪਤਾ ਹੈ ਕਿ ਜਿਹੜਾ ਤੁਸੀਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ ਨਾ, ਜਿਹੜੇ ਤੁਸੀਂ ਪੂਰੇ ਨਹੀਂ ਕਰ ਸਕੇ ਖੇਤੀ ਕਰਜ਼ਿਆਂ ਦੇ, ਉਹਦੇ ਕਰਕੇ ਤੁਸੀਂ ਇਹ ਕਿਸਾਨੀ ਮੁੱਦਾ ਬਣਾ ਕੇ ਬਣਾਇਆ, ਔਰ ਪੂਰੇ ਛਲ ਬਲ ਪੂਰੇ ਨਾਲ ਅੱਜ ਵੀ ਕਿਸਾਨੀ ਦੇ ਨਾਂ ਤੇ ਰਾਜਨੀਤੀ ਕਰ ਰਹੇ ਨੇ। ਧਾਲੀਵਾਲ ਜੀ, ਇਹ ਵੀ ਇੱਕ ਗੱਲ ਹੈ ਨਾ। ਚਲੋ ਪੰਜਾਬ ਦੇ ਵਿੱਚ ਤੁਸੀਂ ਕਹਿੰਦੇ ਹੋ ਕੌਨਸਪੀਰੇਸੀਆਂ ਕੀਤੀਆਂ, ਇਹ ਉਹ ਹੋਇਆ, ਹਰਿਆਣਾ ਨਾਲ ਹੈ, ਯੂਪੀ ਨਾਲ ਹੈ, ਤਾਂ ਦੇਖੋ ਤੁਸੀਂ ਉੱਤਰਾਖੰਡ ਤੱਕ ਦੇ ਕਿਸਾਨ ਨਾਲ ਨੇ। ਮੈਂ ਆਪ ਕਵਰ ਕਰਦਾ ਰਿਹਾ, ਤਾਮਿਲਨਾਡੂ ਤੋਂ ਵੀ ਕਿਸਾਨ ਆਏ ਨੇ, ਰਾਜਸਥਾਨ ਨਾਲ ਹੈ ਸਾਰਾ। ਦੇਖੋ ਸਹੀ ਹੈ ਤੁਹਾਡੀ ਗੱਲ, ਮੈਂ ਇਹ ਗੱਲ ਮੰਨਦਾ ਵੀ ਜਿਹੜਾ ਆਪਣਾ ਖੇਤੀ ਦੇ ਬਿੱਲਾਂ ਦੇ ਉੱਤੇ ਲੋਕਾਂ ਦੇ ਖਰਚੇ ਹੈਗੇ ਆ, ਪਰ ਜੇ ਉਹਨਾਂ ਖਰਚਿਆਂ ਨੂੰ ਤਾਂ ਸਰਕਾਰ ਦੋਨੇ ਹੱਥ ਜੋੜ ਕੇ, ਸਿਰ ਝੁਕਾ ਕੇ ਦੂਰ ਕਰਨ ਨੂੰ ਤਿਆਰ ਹੈ। ਤੋ ਜੋ ਮਰਜ਼ੀ ਆਪਦਾ ਡਰਾਮਾ ਇਹ ਕਰੀ ਜਾਣ, ਕੋਈ ਫਰਕ ਨਹੀਂ ਪੈਂਦਾ। ਕਾਂਗਰਸ ਵੀ ਜਿਹੜਾ ਹੈਗਾ ਉਹ ਆਪਦਾ ਜਿੰਨਾ ਮਰਜ਼ੀ, ਕਾਂਗਰਸ ਨੂੰ ਤਾਂ ਲੋਕਾਂ ਨੇ ਦੇਖ ਲਿਆ ਕਿ ਸਾਡੇ ਕਰਜ਼ਿਆਂ ਦੇ ਮਾਫੀ ਦੇ ਨਾਂ ਜਿਹੜਾ ਉਹਨੂੰ ਦੂਰ ਕਰਨ ਵਾਸਤੇ ਵੀ ਜਿਹੜਾ ਕਲੰਕ ਹੈ, ਅਸੀਂ ਜਿਹੜਾ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਦੇ ਕਰਕੇ ਸਾਨੂੰ ਪੁੱਠੇ ਪਾਸੇ ਲਾਤਾ, ਕੁਰਾਹੇ ਲਾਤਾ। ਹੁਣ ਉੱਥੇ ਬੈਠਿਆਂ ਨੂੰ ਫਿਰ ਜਿਹੜਾ ਕਾਨੂੰਨ ਵਾਪਸੀ ਦਾ ਮੁੱਦਾ ਉਹਨਾਂ ਦੇ ਉੱਤੇ ਟੰਗੀ ਜਾਂਦੇ ਆ ਵੀ ਕਾਨੂੰਨ ਵਾਪਸ ਕਰਾ ਕੇ ਮੁੜਨਾ ਹੈ। ਅਣਖ ਦਾ ਮੁੱਦਾ ਹੈ, ਅਣਖ ਦਾ ਮੁੱਦਾ ਭਾਈ ਜੀ। 28 ਖੁਦਕੁਸ਼ੀਆਂ ਹੋ ਰਹੀਆਂ ਰੋਜ਼ ਦੇਸ਼ ਦੇ ਵਿੱਚ, ਔਰ ਉਹ ਕਾਂਗਰਸ ਕਰਕੇ ਹੋ ਰਹੀਆਂ। ਜਿਹੜਾ 75 ਸਾਲ ਕੋਈ ਕਾਨੂੰਨ ਨਹੀਂ ਬਣਾਇਆ ਇਹਨਾਂ ਨੇ, ਅੱਜ ਕੋਈ ਕਾਨੂੰਨ ਆਇਆ ਜਿਹੜਾ ਦੇਸ਼ ਨੂੰ ਦਸ਼ਾ ਦਿਸ਼ਾ ਦੇ ਸਕਦਾ। ਜੇ ਧਾਲੀਵਾਲ ਜੀ ਦਸ਼ਾ ਦਿਸ਼ਾ ਦੇ ਸਕਦਾ ਤਾਂ ਫਿਰ ਕਿਸਾਨਾਂ ਨੂੰ ਕਿਉਂ ਨਹੀਂ ਸਮਝਾ ਪਾਏ ਅਜੇ ਤੱਕ ਤੁਸੀਂ? ਇੰਨਾ ਸਮਾਂ ਹੋ ਗਿਆ। ਮੈਂ ਪੂਰੀ ਕਰ ਲਾਂ ਗਗਨ ਜੀ, ਜੇ ਸਹੀ ਪਾਸੇ ਜਾਣਾ ਠੀਕ ਹੈ, ਆਓ ਸਾਰੇ ਰਲ ਮਿਲ ਕੇ ਸਣੇ ਕਾਂਗਰਸ ਆਪਾਂ ਬਹਿ ਕੇ ਜੋ ਤੁਹਾਡੇ ਖਰਚੇ ਆ ਆਪਾਂ ਕਢਾ ਕੇ ਨਵਾਂ ਕਾਨੂੰਨ ਬਣਾਈਏ ਜਿਹੜਾ ਸਾਰੀਆਂ ਪਾਰਟੀਆਂ ਦਾ ਹੋਵੇ, ਸਾਰੀਆਂ ਕਿਸਾਨ ਯੂਨੀਅਨਾਂ ਦਾ ਹੋਵੇ। ਸਰਕਾਰ ਤਿਆਰ ਹੈ ਇਸ ਗੱਲ ਤੇ। ਚਲੋ ਨਰਿੰਦਰ ਜੀ, ਸਾਰੀਆਂ ਗੱਲਾਂ ਸੁਣ ਲੀਆਂ ਨੇ ਆਪਾਂ। ਤੁਹਾਡਾ ਕਮੈਂਟ
ਥੋੜੀ ਦੇਰ ਰੋਕਾਂਗੇ। ਇੱਕ ਆਪਾਂ ਅਰਸ਼ਦੀਪ ਦਾ ਵੀ ਲੈ ਲਈ। ਅਰਸ਼ਦੀਪ, ਉਹ ਕਹਿੰਦੇ ਕਿ ਇਹ ਵੀ ਡਰਾਮਾ ਹੈ ਔਰ ਅਕਾਲੀ ਦਲ ਕਹਿੰਦਾ ਕਿ ਜਿਹੜਾ ਜੰਤਰ ਮੰਤਰ ਤੇ ਬੈਠੇ ਨੇ ਉਹ ਵੀ ਡਰਾਮਾ। ਤਾਂ ਹੱਲ ਕਿਵੇਂ ਹੋਵੇਗਾ ਇੱਕ ਮੰਚ ਤੇ? ਮੈਨੂੰ ਨਹੀਂ ਲੱਗਦਾ ਕਿ ਪਾਰਟੀਆਂ ਕਦੇ ਇਕੱਠੀਆਂ ਹੋ ਪਾਉਣਗੀਆਂ ਕਿਸਾਨਾਂ ਦੇ ਮੁੱਦੇ ਦੇ ਉੱਤੇ। ਹਾਲਾਂਕਿ ਨਹੀਂ, ਮੈਂ ਸਭ ਤੋਂ ਪਹਿਲਾਂ ਤਾਂ ਧਾਲੀਵਾਲ ਸਾਹਿਬ ਮੇਰੇ ਭਰਾ ਨੇ, ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਬਿਆਨ ਨੇ ਨਾ ਬੀਜੇਪੀ ਦੇ, ਅੱਧਾ ਮਾਹੌਲ ਇਹਨਾਂ ਨੇ ਖਰਾਬ ਕੀਤਾ ਹੋਇਆ। ਪੰਜਾਬ ਦੇ ਵਿੱਚ ਵੀ, ਪੰਜਾਬ ਦੇ ਬਾਹਰ ਵੀ ਕਿਸਾਨਾਂ ਨੂੰ ਕਦੇ ਨੈਕਸਲਾਈਟ ਕਹਿਣਾ, ਕਦੇ ਅੱਤਵਾਦੀ ਕਹਿਣਾ। ਔਰ ਤੁਸੀਂ ਹੁਣ ਤੁਸੀਂ ਅੱਜ ਪਹਿਲੀ ਵਾਰੀ ਕਿਸੇ ਬੀਜੇਪੀ ਦੇ ਪ੍ਰਵਕਤਾ ਨੇ ਕਿਹਾ ਕਿ ਨਵੇਂ ਕਾਨੂੰਨ ਬਣਾ ਲੈਣੇ ਆ। ਮੈਂ ਤਾਂ ਇਹ ਤਾਂ ਗੱਲ ਕਦੇ ਬੀਜੇਪੀ ਕੇਂਦਰ ਸਰਕਾਰ ਨੇ ਅੱਜ ਤੱਕ ਨਹੀਂ ਕਹੀ। ਅਸਲ ਮਸਲਾ ਹੀ ਇਹ ਹੈ, ਤੁਸੀਂ ਪੁਰਾਣੇ ਕਾਨੂੰਨ ਵਾਪਸ ਕਰੋ, ਰੱਦ ਕਰੋ। ਅਸੀਂ ਤਾਂ ਕਹਿੰਦੇ ਆ ਕਿ ਨਵੇਂ ਕਾਨੂੰਨ ਸਾਰੇ ਮਿਲ ਬੈਠ ਕੇ ਕਿਸਾਨ ਜਥੇਬੰਦੀਆਂ ਬਹਿ ਜਾਣਗੀਆਂ, ਤੁਸੀਂ ਇਕਨੋਮਿਸਟ ਲੈ ਲਓ, ਸਰਕਾਰ ਬਹਿ ਜੇ, ਨਵੇਂ ਬਣਾ ਲਓ। ਜਿਹੜੇ ਕਾਨੂੰਨਾਂ ਨੂੰ ਤੁਸੀਂ 2 ਸਾਲ ਤੱਕ ਹੋਲਡ ਕਰਨ ਨੂੰ ਤਿਆਰ ਹੋ, ਧਾਲੀਵਾਲ ਸਾਹਿਬ ਇੱਕ ਚੀਜ਼ ਸਪਸ਼ਟ ਕਰ ਦੇਣ ਕਿ ਉਹਨਾਂ ਨੂੰ ਰੱਦ ਕਰਨ ਦੇ ਵਿੱਚ ਬੁਰਾਈ ਕੀ ਹੈ। ਔਰ ਦੂਸਰੀ ਗੱਲ, ਬੀਜੇਪੀ ਅਗਰ ਕਿਸਾਨਾਂ ਦੀ ਇੰਨੀ ਹਮਦਰਦ ਹੈ, ਪੰਜਾਬ ਬੀਜੇਪੀ ਦੀ ਜੇ ਮੈਂ ਗੱਲ ਕਰਾਂ, ਪੰਜਾਬ ਉਰੇ 2-3 ਐਸੇ ਮਹਾਪੁਰਸ਼ ਨੇ ਜਿਨ੍ਹਾਂ ਨੇ ਕਿਸਾਨਾਂ ਲਈ ਬਹੁਤ ਭੱਦੀ ਸ਼ਬਦਾਵਲੀ ਵਰਤੀ ਹੈ। ਬੀਜੇਪੀ ਪੰਜਾਬ ਯੂਨਿਟ ਨੇ ਜਾਂ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲਿਆ ਹੋਵੇ ਤਾਂ ਦੱਸੋ। ਔਰ ਲਗਾਤਾਰ ਜਿਹੜੇ ਬਿਆਨ ਤੋਮਰ ਸਾਹਿਬ ਦਿੰਦੇ ਨੇ, ਤੁਸੀਂ ਇੱਕ ਪਾਸੇ ਕਿਸਾਨਾਂ ਨੂੰ ਗੱਲਬਾਤ ਕਰਨ ਲਈ ਬੁਲਾਉਂਦੇ ਹੋ, ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਰੱਦ ਨਹੀਂ ਹੋਣਗੇ, ਹੋਰ ਕੋਈ ਗੱਲ ਕਰ ਲਓ। ਇਹ ਕੈਸਾ ਗੱਲਬਾਤ ਦਾ ਸੱਦਾ? ਤੁਸੀਂ ਉਹਨਾਂ ਨਾਲ 12 ਦੌਰ ਦੀ ਮੀਟਿੰਗ ਕਰ ਚੁੱਕੇ ਹੋ, ਤੁਸੀਂ ਮੰਨ ਚੁੱਕੇ ਹੋ ਕਿ ਖਾਲੀ ਡੱਬਾ ਰਹਿਣ ਦਿਓ। ਤਾਂ ਇਹਦਾ ਮਤਲਬ ਤੁਹਾਨੂੰ ਖੁਦ ਨੂੰ ਪਤਾ ਹੈ ਕਿ ਕਾਨੂੰਨ ਦੇ ਵਿੱਚ ਬਹੁਤ ਖਾਮੀਆਂ ਸੀ, ਬਦਲਣ ਦੀ ਲੋੜ ਹੈ। ਔਰ ਫਿਰ ਇੰਨੀ ਜੇ ਜਿੱਦ ਹੋਵੇ ਸਰਕਾਰ, ਤਾਂ ਆਜ਼ਾਦ ਭਾਰਤ ਦੇ ਵਿੱਚ ਧਾਲੀਵਾਲ ਸਾਹਿਬ ਇੰਨੀਆਂ ਸ਼ਹੀਦੀਆਂ ਔਰ ਇੰਨਾ ਸ਼ਾਂਤਮਈ ਅੰਦੋਲਨ ਪਹਿਲੀ ਵਾਰ ਹੋਇਆ ਹੋਣਾ। ਇਹ ਬੀਜੇਪੀ ਨੂੰ ਸ਼ਰਮਸਾਰ ਹੋਣਾ ਚਾਹੀਦਾ। ਔਰ ਦੂਜੇ ਪਾਸੇ ਜਿੱਥੇ ਕਾਂਗਰਸ ਦੀ ਗੱਲ ਹੈ, ਮੈਂ ਫੇਰ ਦੁਬਾਰਾ ਕਹਿਣਾ ਕਿ ਇਫੈਕਟਿਵ ਕੰਮ ਹੋਣਾ ਚਾਹੀਦਾ। ਜਿੱਦਾਂ ਪਹਿਲਾਂ ਵੀ ਕੱਲੇ ਸਭ ਤੋਂ ਚੋਰੀ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ, ਕਿਸੇ ਦੀ ਸਲਾਹ ਨਹੀਂ ਲਈ। ਔਰ ਅੱਜ ਕਿਸਾਨ ਜਥੇਬੰਦੀਆਂ ਵੀ ਇਤਰਾਜ਼ ਉਠਾਉਂਦੀਆਂ ਨੇ ਕਿ ਜਿਹੜਾ ਉਹਦੇ ਚ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਉਹ ਨਹੀਂ ਕਰਨੀ ਚਾਹੀਦੀ ਸੀ। ਔਰ ਇਹਨਾਂ ਦੇ ਨਵੇਂ ਪ੍ਰਧਾਨ ਨੇ ਵੀ ਉਹ ਮੁੱਦਾ ਚੱਕਿਆ। ਸੋ ਅਸੀਂ ਬਾਰ-ਬਾਰ ਕਾਂਗਰਸ ਨੂੰ ਕਹਿੰਦੇ ਹਾਂ ਕਿ ਆਓ ਇਫੈਕਟਿਵ ਕਰੀਏ। ਪਿਛਲੀਆਂ ਗੱਲਾਂ ਨੂੰ ਛੱਡ ਦਿਓ, ਭੁੱਲ ਜਾਓ, ਗਲਤੀਆਂ ਹੋਈਆਂ ਉਹਨਾਂ ਨੂੰ ਭੁੱਲ ਜਾਓ। ਅੱਜ ਪੈਗਾਸਸ ਨੂੰ ਛੱਡੋ, ਪੈਗਾਸਸ ਕੋਈ ਐਡਾ ਮੁੱਦਾ ਨਹੀਂ। ਕਿਸਾਨੀ ਦੇ ਮੁੱਦੇ ਤੇ ਕੱਲ ਨੂੰ ਰਾਸ਼ਟਰਪਤੀ ਕੋਲੇ ਇਹ ਜਿਹੜੀ ਆਪਾਂ ਜੁਆਇੰਟ ਪਾਰਲੀਮੈਂਟ ਕਮੇਟੀ ਬਣਾਉਣੀ ਹੈ, ਔਰ ਜੋ ਕਿਸਾਨਾਂ ਦੀ ਡੈਥ ਹੋਈਆਂ ਨੇ, ਜੋ ਉਹਨਾਂ ਦੇ ਪਰਿਵਾਰਾਂ ਦਾ ਹਾਲ ਹੈ, ਔਰ ਇਹ ਸਾਰੀਆਂ ਗੱਲਾਂ ਦਾ ਜੋ ਸਮੀਕਰਨ ਦੇਖਣੇ ਨੇ, ਉਹਦੇ ਲਈ ਆ ਕੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਖੜੇ ਹੋਣਾ ਚਾਹੀਦਾ ਹੈ। ਅੱਜ 8 ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੀਆਂ ਨੇ। ਕਾਂਗਰਸ ਕੋਲੇ 52 ਐਮਪੀ ਨੇ, ਪੰਜਾਬ ਦੇ ਵਿੱਚੋਂ 8 ਐਮਪੀ ਨੇ। ਸੋ ਉਹਨਾਂ ਨੂੰ ਫੇਰ ਗੁਜ਼ਾਰਿਸ਼ ਹੈ ਕਿ ਉਹਨਾਂ ਨੂੰ ਆਪਣੀ ਕੇਂਦਰੀ ਲੀਡਰਸ਼ਿਪ ਨੂੰ ਹੋਣਾ ਚਾਹੀਦਾ ਕਿ ਬਾਕੀ ਮੁੱਦੇ ਪਾਸੇ ਕਰ ਦਈਏ, ਪਹਿਲਾਂ ਇਸ ਮੁੱਦੇ ਤੇ ਕੰਸੈਂਟਰੇਟ ਜੀ। ਨਰਿੰਦਰ ਜੀ, ਤੁਸੀਂ ਆਪਣਾ ਪੱਖ ਰੱਖ ਸਕਦੇ ਹੋ, ਪਰ ਇੱਕ ਚੀਜ਼ ਇਹ ਵੀ ਹੈ ਕਿ ਐਡੇ ਜੇ ਐਮਪੀ ਨੇ ਤਾਂ ਮੈਨੂੰ ਲੱਗਦਾ ਕਿ ਇਸ ਵੇਲੇ ਨਾਲ ਤੁਰਨ ਦੀ ਲੋੜ ਹੈਗੀ ਹੈ, ਪ੍ਰੈਸ਼ਰ ਤਾਂ ਹੀ ਬਿਲਟ ਹੋਏਗਾ। ਠੀਕ ਹੈ, ਕੰਪਲੀਟ ਕਰ ਲਓ ਹੁਣ ਤੁਸੀਂ। ਠੀਕ ਹੈ, ਮੈਂ ਗਗਨ ਜੀ ਤੁਹਾਡਾ ਜਵਾਬ ਸਭ ਤੋਂ ਐਂਡ 'ਚ ਦੇਵਾਂਗਾ। ਮੈਂ ਸਭ ਤੋਂ ਪਹਿਲਾਂ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ ਦਾ ਜਵਾਬ ਦੇਣਾ। ਦੇਖੋ, ਧਾਲੀਵਾਲ ਸਾਹਿਬ ਬੁਲਾਰੇ ਬੜੇ ਜ਼ਬਰਦਸਤ ਨੇ, ਕੋਈ ਸ਼ੱਕ ਨਹੀਂ, ਪਰ ਮੇਰੇ ਬੁਲਾਰੇ ਬਣਨ ਨਾਲ ਗੁਜ਼ਾਰਾ ਨਹੀਂ ਹੋਣਾ। ਇੱਕ ਮੇਰੀ ਧਾਲੀਵਾਲ ਜੀ ਬੇਨਤੀ, ਤੁਸੀਂ ਗੱਲ ਸੁਣੋ। ਤੁਸੀਂ ਦੂਜਾ ਗਰੇਵਾਲ ਬਣਨ ਦੀ ਕੋਸ਼ਿਸ਼ ਕਰ ਰਹੇ ਜੇ। ਮੈਂ ਤੁਹਾਨੂੰ ਫੇਰ ਕਹਿ ਰਿਹਾ, ਤੁਸੀਂ ਦੂਜਾ ਹਰਜੀਤ ਗਰੇਵਾਲ ਬਣਨ ਦੀ ਕੋਸ਼ਿਸ਼ ਕਰ ਰਹੇ ਜੇ। ਜਿਹੜੇ ਬਿਆਨ ਦੇਣ ਡਏ ਹੋ ਤੁਸੀਂ, ਇਹ ਵਾਪਸ ਨਹੀਂ ਹੋਣੇ। ਦੇਖੋ, ਕਿਸਾਨ ਅੱਜ ਕਿਸਾਨਾਂ ਨੂੰ ਤੁਸੀਂ ਕਹਿ ਰਹੇ ਇਹ ਵਾਪਸ ਨਹੀਂ ਕਾਨੂੰਨ ਹੋ ਸਕਦੇ। ਕਿਉਂ ਨਹੀਂ ਹੋ ਸਕਦੇ? ਇਸ ਦੇਸ਼ ਕੀ ਨਹੀਂ ਹੋ ਸਕਦਾ? ਪਰ ਤੁਸੀਂ ਅੱਜ ਇਸੇ ਮੰਚ ਤੋਂ ਬਹਿ ਕੇ ਕਹਿ ਰਹੇ ਜੀ ਇਹ ਵਾਪਸ ਨਹੀਂ ਹੋਣੇ। ਅੱਗੇ ਗਰੇਵਾਲ ਨੇ ਥੋੜਾ ਇੱਥੇ ਵਕਤ ਪਾਇਆ, ਸਾਡਾ ਇੱਕ ਸ਼ਵੇਤ ਮਲਿਕ ਆ, ਉਹਨੇ ਵਕਤ ਪਾਇਆ। ਤੁਸੀਂ ਕਿਉਂ ਬਿਆਨ ਦੇ ਕੇ ਤੇ ਆਪਣੀ ਪ੍ਰਸਿੱਧੀ ਹਾਸਲ ਕਰਨ 'ਚ ਲੱਗੇ ਜੇ? ਪੰਜਾਬੀ ਦੇ ਮੁੱਦੇ ਤੇ ਗੱਲ ਕਰੋ, ਪੰਜਾਬੀ ਦੇ ਕਿਸਾਨੀ ਦੇ ਮੁੱਦੇ ਤੇ ਗੱਲ ਕਰੋ। ਤੁਹਾਨੂੰ ਤੇ ਸੱਚੀ ਮੁੱਚੀ ਇਸ ਡਿਬੇਟ 'ਚ ਬਹਿਣਾ ਹੀ ਨਹੀਂ ਚਾਹੀਦਾ। ਕੋਈ ਦੂਜੀ ਡਿਬੇਟ ਦੇ ਵਿੱਚ ਕੋਈ ਬੀਜੇਪੀ ਦਾ ਨੁਮਾਇੰਦਾ ਇਸੇ ਕਰਕੇ ਆਉਂਦਾ ਹੀ ਨਹੀਂਗਾ। ਪਰ ਜੇ ਤੁਸੀਂ ਬੈਠੇ ਜੇ, ਤੁਹਾਡੀ ਦਲੇਰੀ ਹੈ। ਪਰ ਜੇ ਬੈਠੇ ਜੇ ਤੇ ਬਾਕੀ ਨਾਲ ਆਪਣੀ ਰਾਏ ਰੱਖੋ। ਸਾਡੇ ਨਾਲ ਮੈਂ ਅੱਜ ਸਰਦਾਰ ਅਰਸ਼ਦੀਪ ਸਿੰਘ ਜੀ ਕਲੇਰ ਨੇ, ਉਹਨਾਂ ਨਾਲ ਗੱਲ ਹਾਮੀ ਨਾਮੀ ਕਿਉਂ ਕਰ ਰਿਹਾ? ਭਾਵੇਂ ਉਹ ਸਾਡੀ ਵਿਪਕਸ਼ੀ ਪਾਰਟੀ ਨਹੀਂ ਆ, ਪਰ ਅੱਜ ਉਹ ਬਿਲਕੁਲ ਸਹੀ ਗੱਲ ਕਰ ਰਹੇ ਨੇ ਤੇ ਮੈਂ ਹਾਮੀ ਕਰਦਾ। ਪਿਛਲੀ ਡਿਬੇਟ 'ਚ ਉਹਨਾਂ ਨੇ ਐਵੇਂ ਭਰੀ ਸੀ, ਪਰ ਤੁਸੀਂ ਤੇ ਪਤਾ ਨਹੀਂ ਕਿਹੜੇ ਮਿੱਟੀ ਦੇ ਬਣੇ ਜੇ ਬੀਜੇਪੀ ਵਾਲੇ। ਮੈਨੂੰ ਸਮਝ ਨਹੀਂ ਆਉਂਦੀ, ਮੇਰੇ ਕੋਲ ਸ਼ਬਦ ਕੋ ਪੁੱਠਾ ਹੀ ਨਾ ਨਿਕਲ ਜੇ। ਮਿੱਟੀ ਦੇ ਮੈਂ ਸੌਰੀ ਕਿਹਾ, ਮੈਂ ਮਾਫੀ ਚਾਹੁੰਦਾ। ਪਰ ਹੱਥ ਜੋੜ ਕੇ ਬੇਨਤੀ ਆ ਧਾਲੀਵਾਲ ਸਾਹਿਬ, ਜਦੋਂ ਮੁੱਦਾ ਆਉਂਦਾ ਨਾ ਪੰਜਾਬੀ ਦਾ ਤੇ ਕਿਸਾਨੀ ਦਾ, ਸਾਰੇ ਇੱਕ ਹੋ ਜਾ ਕਰੋ। ਤੁਹਾਡੇ ਕੋਲ ਤੁਹਾਡੇ ਮੰਤਰੀ ਨੂੰ ਪਤਾ ਹੀ ਨਹੀਂਗਾ ਵੀ ਕਿੰਨੀਆਂ ਡੈਥਾਂ ਹੋ ਗਈਆਂ ਨੇ। ਇਹਨਾਂ ਨੂੰ ਜਸੂਸੀ ਕਰਾਉਣ ਦੇ ਵਿੱਚ ਇਹਨਾਂ ਨੂੰ ਪੈਸਾ ਇਹਨਾਂ ਕੋਲ ਹੈਗਾ, ਵਿਦੇਸ਼ੀ ਦੌਰਿਆਂ ਤੇ ਜਾਣ ਤੇ ਇਹਨਾਂ ਕੋਲ ਪੈਸਾ ਹੈਗਾ, IPL ਖਿਡਾਉਣ ਵਾਸਤੇ ਪੈਸਾ ਵਕਤ ਪਿਆ। ਇਹਨਾਂ ਨੂੰ IPL ਨਹੀਂ ਹੈਗਾ, ਸੈਕਿੰਡ ਲੀਗ ਇਹਦੀ ਜਾ ਕੇ ਤੇ ਦੁਬਈ 'ਚ ਕਰਾਉਂਦੇ ਨੇ। ਸ਼ਰਮਸਾਰ ਆ, ਇੱਥੇ ਦੁਨੀਆ ਮਰਨ ਡਈ ਆ, ਇਹਨਾਂ ਨੂੰ ਕ੍ਰਿਕਟ ਮੈਚਾਂ ਦੀ ਪਈ ਆ। ਇਹ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਮੈਂ ਕਹਿਣਾ ਚਾਹੁੰਦਾ ਟੋਟਲੀ ਫੇਲ ਹੋ ਗਿਆ। ਤੇ ਤੁਸੀਂ ਅੱਜ ਕਿਸ ਤਰ੍ਹਾਂ ਦੀਆਂ ਗੱਲਾਂ ਕਰਨ ਡੇ ਜੇ? ਬੁਲਾਰੇ ਬਣਨਾ
ਪੋਜ਼ਿਟਿਵ ਬੁਲਾਰੇ ਬਣੋ। ਪੋਜ਼ਿਟਿਵ ਬੁਲਾਰੇ ਬਣੋਗੇ ਤੇ ਤੁਹਾਡੀ ਵੈਲਿਊ ਪਊਗੀ, ਪਰ ਜੇ ਤੁਸੀਂ ਨੈਗੇਟਿਵ ਗੱਲ ਕਰੋਗੇ ਤੇ ਤੁਸੀਂ, ਮੈਂ ਤੁਹਾਨੂੰ ਦੁਬਾਰਾ ਕਹਿਣ 'ਚ ਕੋਈ ਹਿਚਕਚਾਹਟ ਨਹੀਂਗਾ, ਤੁਸੀਂ ਦੂਜੇ ਆਪਣਾ ਗਰੇਵਾਲ ਸਾਹਿਬ ਬੰਦੇ ਜਾਣਦੇ ਜੀ। ਕਾਂਗਰਸ ਦੇ ਜਿਹੜੇ ਜਿੰਨੇ ਵੀ ਐਮਪੀ ਨੇ, ਕਿਉਂਕਿ ਗਿਣਤੀ ਜ਼ਿਆਦਾ ਵਾ, ਤਾਂ ਜੇ ਨਾਲ ਤੁਰਨ ਤਾਂ ਬਹੁਤ ਇਹਦਾ ਲਾਭ ਹੋ ਸਕਦਾ, ਪ੍ਰੈਸ਼ਰ ਵਧੀਆ ਬਿਲਟ ਹੋ ਸਕਦਾ। ਬਿਲਕੁਲ, ਦੇਖੋ ਜੀ ਮੀਟਿੰਗ ਚੱਲ ਰਹੀ ਹੈ, ਮੀਟਿੰਗ ਹੋ ਰਹੀ ਹੈ, ਤੁਸੀਂ ਇਹ ਸਮਝਦੇ ਹੋ ਵੀ ਅਸੀਂ ਕਿਸਾਨੀ ਮੁੱਦੇ ਤੇ ਕਿਸੇ ਦਾ ਸਾਥ ਨਹੀਂ ਦੇਵਾਂਗੇ? ਤੁਸੀਂ ਇਹ ਭਲ ਦੱਸੋ, ਮੈਂ ਤੁਹਾਨੂੰ ਹਰ ਵਾਰ ਇੱਕ ਸਵਾਲ ਪਾ ਦਿੰਦਾ, ਤੁਸੀਂ ਦੱਸੋ ਅਸੀਂ ਸਾਥ ਨਹੀਂ ਦੇਵਾਂਗੇ? ਪਰ ਨਰਿੰਦਰ ਜੀ, ਸਵਾਲ ਵੱਡਾ ਇਹ ਹੈ ਨਾ, ਜੇ ਇਸ ਲੈਵਲ ਦੇ ਉੱਤੇ ਤੁਹਾਡੇ ਮਨਾਂ ਦੇ ਵਿੱਚ ਹੈਗਾ ਕਾਂਗਰਸ ਦੇ, ਤਾਂ ਇਹ ਮੀਟਿੰਗਾਂ ਦਾ ਦੌਰ ਤਾਂ ਚੱਲਣਾ ਨਹੀਂ ਚਾਹੀਦਾ ਸੀਗਾ, ਅੱਜ ਨਾਲ ਹੋਣੇ ਚਾਹੀਦੇ ਸੀ। ਕੀ ਪਤਾ ਪੋਜ਼ਿਟਿਵ ਰਿਸਪੌਂਸ ਆਵੇ, ਹੋਪ ਫॉर ਦਾ ਬੈਸਟ, ਕੋਈ ਉਸ ਤੋਂ ਵੀ ਚੰਗੀ ਚੀਜ਼ ਨਿਕਲ ਕੇ ਆਵੇ। ਅਸੀਂ ਕਿਸਾਨੀ ਦੇ ਮੁੱਦੇ ਤੇ ਅਸੀਂ ਆਪਣੀਆਂ ਸਭ ਕੁਝ ਛੱਡਣ ਨੂੰ ਤਿਆਰ ਹਾਂ। ਮੈਂ ਫੇਰ ਕਹਿੰਦਾ, ਅਸੀਂ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ। ਸਾਨੂੰ ਇੱਕ ਪੋਜ਼ਿਟਿਵ ਚੀਜ਼ ਚਾਹੀਦੀ ਹੈ। ਇਹਨਾਂ ਨੇ ਕਿਹਾ ਸਿਰਫ ਇਹ ਪੰਜਾਬੀ, ਧਾਰੀਵਾਲ ਸਾਹਿਬ ਨੇ ਕਿਹਾ ਵੀ ਇਹ ਸਿਰਫ ਪੰਜਾਬ ਦੇ ਵਿੱਚ ਇਹਨਾਂ ਨੇ ਹਾਈਪ ਬਣਾ ਕੇ ਤੇ ਇਹਨਾਂ ਨੂੰ ਕਿਸਾਨਾਂ ਨੂੰ ਅੱਗੇ ਕਰਤਾ। ਧਾਰੀਵਾਲ ਜੀ, ਤੁਸੀਂ ਵੀਰ ਜੇ ਮੇਰੇ, ਹਰਿਆਣਾ ਕੀ, ਹਿਮਾਚਲ ਕੀ, ਤਾਮਿਲਨਾਡੂ ਕੀ, यूपी की, ਉਹ ਟਕੈਤ ਨੂੰ ਵੀ ਅਸੀਂ ਕਹਿ ਕੇ ਆਏ ਸੀ। ਅੱਜ ਉਹ ਨੈਸ਼ਨਲ ਲੈਵਲ ਦਾ ਲੀਡਰ ਬਣਦਾ ਜਾਣ ਡਿਆ, ਉਹਨਾਂ ਦੀ ਸਪੀਚ ਸੁਣਿਆ ਕਰੋ। ਕੋਰੇ ਅਨਪੜ੍ਹ ਦੇ ਤੇ ਸਪੀਚ ਵੇਖੀ ਉਹਨਾਂ ਦੀ, ਪੋਜ਼ਿਟਿਵ ਸਪੀਚ ਕਰਦੇ ਨੇ। ਜਿਹੜਾ ਪੋਜ਼ਿਟਿਵ ਸਪੀਚ ਕਰਦਾ, ਮੈਂ ਉਹਦਾ ਕਦਰਦਾਨ ਆ, ਇਧਰ ਕਿਸੇ ਪਾਰਟੀ ਦਾ ਹੋਵੇ। ਪਰ ਤੁਸੀਂ ਹੱਥ ਜੋੜ ਕੇ ਬੇਨਤੀ ਆ, ਪੋਜ਼ਿਟਿਵ ਗੱਲ ਕਰਿਆ ਕਰੋ, ਨਹੀਂ ਤਾਂ ਫਿਰ ਮੈਂ ਤੁਹਾਨੂੰ ਕਹਿੰਦਾ ਤੁਸੀਂ ਦੂਜੇ ਗਰੇਵਾਲ ਬਣ ਜਾਣਾ ਜੀ। ਚਲੋ ਆਇਆ ਧਾਲੀਵਾਲ ਜੀ, ਦੂਜੇ ਹਰਜੀਤ ਗਰੇਵਾਲ ਕਹਿੰਦੇ ਬਣ ਜਾਣਾ ਤੁਸੀਂ, ਕਿਉਂ ਉਹਨਾਂ ਦੇ ਬਿਆਨ, ਕਿਉਂਕਿ ਬਹੁਤ ਜ਼ਿਆਦਾ ਤੁਸੀਂ ਜਾਣਦੇ ਹੀ ਹੋ ਕਿੱਦਾਂ ਦੇ ਬਿਆਨ ਹੁੰਦੇ ਨੇ। ਇੱਕ ਧਾਲੀਵਾਲ ਜੀ, ਤੁਹਾਡੇ ਤੋਂ ਇੱਕ ਗੱਲ ਸਮਝਣੀ ਵੀ ਚਾਹਾਂਗੇ, ਤੁਹਾਡੇ ਤੋਂ ਜਵਾਬ ਵੀ ਚਾਹਾਂਗੇ। ਨਰਿੰਦਰ ਤੋਮਰ ਹੋਰਾਂ ਦਾ ਜਿਹੜਾ ਬਿਆਨ ਹੈ ਕਿ ਸਾਡੇ ਕੋਲ ਕੋਈ ਆਫੀਸ਼ੀਅਲ ਡਾਟਾ ਨਹੀਂ ਹੈਗਾ, ਇਹਨੂੰ ਕੀ ਦੇਖਦੇ ਹੋ? ਫਿਰ ਅਗਲੀ ਗੱਲ ਕਰਦੇ ਹਾਂ, ਇਹ ਬਿਆਨ ਨੂੰ ਕਿਵੇਂ ਦੇਖਦੇ ਹੋ? ਬਹੁਤ ਇੱਕ ਐਡੇ ਮੰਤਰੀ ਦੇ ਮੂੰਹੋਂ ਇਦਾਂ ਦਾ ਬਿਆਨ ਬਹੁਤ ਜ਼ਿਆਦਾ ਇੱਕ ਤਰ੍ਹਾਂ ਦੇ ਨਾਲ ਬੜੀ ਕੱਚੀ ਜੀ ਗੱਲ ਲੱਗਦੀ ਹੈ, ਕਿਉਂਕਿ ਕੇਂਦਰ ਦੇ ਕੋਲ ਹਰ ਤਰ੍ਹਾਂ ਦੇ ਡਿਪਾਰਟਮੈਂਟ ਨੇ, ਉਹਨਾਂ ਦੇ ਕੋਲ ਦੇਖੋ ਤੁਸੀਂ CID ਆ, ਸਭ ਕੁਝ ਹੈਗਾ, ਹਰ ਚੀਜ਼ ਹੋਏਗੀ ਉਹਨਾਂ ਕੋਲ, ਕੱਲੀ ਮੂਵਮੈਂਟ ਦਾ ਪਤਾ ਹੁੰਦਾ ਹੈ ਕਿ ਉੱਥੇ ਕੀ ਹੋ ਰਿਹਾ। ਮੈਂ ਇਹਦਾ ਫੈਕਟ ਦਿੰਦਾ। ਮੈਂ ਸਭ ਤੋਂ ਪਹਿਲਾਂ ਸਰਦਾਰ ਨਰਿੰਦਰ ਸਿੰਘ ਜੀ ਦਾ ਧੰਨਵਾਦ ਕਰਦਾ ਔਰ ਸਰਕਾਰ ਵੀ ਕਰਦਾ। ਸਰਕਾਰਯੋਗ ਨੇ, ਵੱਡੇ ਭਰਾ ਨੇ, ਕਿ ਉਹਨਾਂ ਨੇ ਗਰੇਵਾਲ ਸਾਹਿਬ ਦਾ ਜਿਹੜਾ ਹੈਗਾ, ਠੀਕ ਹੈ, ਉਹਨਾਂ ਦੇ ਮਨਾਂ 'ਚ ਗਰੇਵਾਲ ਸਾਹਿਬ ਪ੍ਰਤੀ ਹੋਊਗਾ, ਪਰ ਮੇਰੇ ਸੀਨੀਅਰ ਨੇ, ਮੈਂ ਉਹਨਾਂ ਕੋਲੋਂ ਜਿਹੜਾ ਹੈਗਾ ਉਹਨਾਂ ਦੇ ਨਾਲ ਰਹਿ ਕੇ ਜਿਹੜਾ ਰਾਜਨੀਤੀ 'ਚ ਆਇਆ, ਤੇ ਮੇਰੇ ਲਈ ਇਹ ਬਹੁਤ ਵੱਡਾ ਕਮੈਂਟ ਹੈ। ਤੁਸੀਂ ਜੇ ਕਿਹਾ ਮੈਂ ਗਰੇਵਾਲ ਬਣਦਾ ਜਾ ਰਿਹਾ, ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ। ਪਰ ਪੋਜ਼ਿਟਿਵਿਟੀ ਦੀ ਜਿੱਥੋਂ ਤੱਕ ਗੱਲ ਹੈ, ਮੈਂ ਹਮੇਸ਼ਾ ਹੀ ਪੋਜ਼ਿਟਿਵ ਗੱਲ ਰੱਖਦਾ, ਕਦੇ ਮੈਂ ਨੈਗੇਟਿਵਿਟੀ ਦੀ ਗੱਲ ਨਹੀਂ ਕੀਤੀ, ਕਿਉਂਕਿ ਮੇਰੇ ਨਾਲ ਤੁਸੀਂ ਪਹਿਲੀ ਵਾਰੀ ਡਿਬੇਟ 'ਚ ਆਏ ਹੋ, ਕਲੇਰ ਸਾਹਿਬ ਮੇਰੇ ਨਾਲ ਹਮੇਸ਼ਾ ਹੁੰਦੇ ਆ। ਜਿਹੜੀ ਤੁਸੀਂ ਹੁਣ ਗੱਲ ਰੱਖੀ ਹੈ ਕਿ ਕੇਂਦਰੀ ਮੰਤਰੀ ਕੋਲੇ ਕੀ ਡਾਟਾ ਹੈ ਨਹੀਂ, ਮੈਂ ਸਰਦਾਰ ਨਰਿੰਦਰ ਸਿੰਘ ਤੋਂ ਪੁੱਛਣਾ ਚਾਹੁੰਦਾ ਵੀ ਕਿੰਨੇ ਸ਼ਹੀਦ ਤੁਸੀਂ ਪੰਜਾਬ ਦੇ ਵਿੱਚ ਐਲਾਨ ਦਿੱਤੇ, ਉਹ ਡਾਟਾ ਤੁਸੀਂ ਪੰਜਾਬ ਤੋਂ ਕਦੋਂ ਭੇਜਿਆ ਮਾਨਯੋਗ ਖੇਤੀਬਾੜੀ ਮੰਤਰੀ ਕੋਲੇ? ਅੱਜ ਆਪਦੇ ਦਰਸ਼ਕਾਂ ਨੂੰ ਦੱਸ ਦਿਓ, ਤਾਂ ਕਿ ਜਿਹੜਾ ਮੈਂ ਬਿਆਨ ਉਹਨਾਂ ਤੋਂ ਦਵਾ ਸਕਾਂ ਵੀ ਭਾਈ ਤੁਹਾਡੇ ਕੋਲੇ ਪਿਛਲੀ ਜਿਹੜਾ ਆਇਆ ਸੀ, ਮੈਂ ਵੀ ਆਪਦੀ ਸਰਕਾਰ 'ਚ ਜਾ ਕੇ ਗੱਲ ਕਰਾਂ ਵੀ ਆ ਕਿਤੇ ਦਾ ਕੈਪਟਨ ਸਾਹਿਬ ਨੇ ਭੇਜਿਆ, ਇੰਨੇ ਸ਼ਹੀਦ ਹੋਏ ਆ, ਤੁਸੀਂ ਕਹਿ ਰਹੇ ਡਾਟਾ ਨਹੀਂ ਆਇਆ। ਤੇ ਇਹ ਨਰਿੰਦਰ ਜੀ ਪਲੀਜ਼ ਇਹਨੂੰ ਨਾ ਬਿਲਕੁਲ ਕਲੀਅਰ ਕਰ ਦਿਓ, ਸਾਰਿਆਂ ਨੂੰ ਦੱਸ ਦਿਓ। ਧਾਰੀਵਾਲ ਸਾਹਿਬ, ਅਸੀਂ ਡਾਟਾ ਭੇਜਣਾ ਤੁਹਾਡੇ ਕੋਲ? ਧਾਰੀਵਾਲ ਸਾਹਿਬ, ਕੋਈ ਅਸੀਂ ਡਾਟਾ ਭੇਜਣਾ ਤੁਹਾਡੇ ਕੋਲ? ਪਰ ਅਸੀਂ ਡਾਟਾ ਭੇਜਣਾ? ਹੱਦ ਹੋ ਗਈ ਯਾਰ, ਤੁਸੀਂ ਕਿਹੋ ਜੀ ਗੱਲ ਕਰਨ ਦੇ ਜੀ? ਦੇਖੋ ਸਰਦਾਰ ਸਾਹਿਬ, ਇਹ ਇੱਕ ਪ੍ਰੋਸੈਸ ਹੈ, ਤੁਸੀਂ ਸਰਕਾਰ ਦੇ ਵਿੱਚੋਂ ਬੁਲਾ ਰਹੇ ਹੋ, ਕੇਂਦਰ ਸਰਕਾਰ ਕੋਲੇ ਰਾਜਾਂ ਨੇ ਆਪਾਂ ਨੂੰ ਜਿਹੜਾ ਹੈਗਾ ਬਣਾ ਕੇ ਭੇਜਣਾ ਕਿ ਕਿਹੜੇ ਸਾਡੇ ਜਿਹੜੇ ਨਾਗਰਿਕ ਆ, ਸਾਡੇ ਬਸ਼ਿੰਦੇ ਆ, ਕਿਸੇ ਅੰਦੋਲਨ 'ਚ ਸ਼ਹੀਦ ਹੋਏ ਆ। ਔਰ ਤੁਸੀਂ ਸ਼ਹੀਦ ਸ਼ਬਦ ਵਰਤਿਆ 4 ਵਾਰ ਵੀ ਕਿਸਾਨ ਸ਼ਹੀਦ ਹੋਏ ਆ 500, ਕਲੇਰ ਸਾਹਿਬ ਨੇ ਵੀ ਵਰਤਿਆ ਵੀ ਸ਼ਹੀਦ ਹੋਏ ਆ, ਮੁਆਵਜ਼ੇ ਵੀ ਦਿੱਤੇ ਆ ਤੁਹਾਡੀ ਸਰਕਾਰ ਨੇ, ਤਾਂ ਤੁਹਾਨੂੰ ਕੀ ਆਪੱਤੀ ਆ? ਧਾਲੀਵਾਲ ਸਾਹਿਬ, ਤੁਸੀਂ ਸ਼ਹੀਦ ਮੰਨਦੇ ਹੋ ਕਿਸਾਨਾਂ ਨੂੰ? ਬੜਾ ਹੀ ਹਾਸੋਹੀਣਾ ਬਿਆਨ ਹੈ ਤੁਹਾਡਾ, ਮੈਂ ਇਹ ਤੇ ਕਮੈਂਟ ਹੀ ਨਹੀਂ ਕਰਨਾ। ਬੜਾ ਹਾਸੋਹੀਣਾ ਬਿਆਨ ਹੈ ਇਹ। ਤੁਸੀਂ ਧਾਲੀਵਾਲ ਸਾਹਿਬ, ਤੁਸੀਂ ਵੈਸੇ ਤੁਸੀਂ ਮੰਨਦੇ ਹੋ ਸ਼ਹੀਦ? ਚੁੱਪ ਕਰਿਓ ਜਰਾ, ਤੁਸੀਂ ਮੇਰੇ ਨਾਲ ਪਹਿਲੀ ਵਾਰੀ ਬੈਠੇ ਜੇ ਨਾ, ਸੁਣੋ ਮੇਰੀ ਗੱਲ। ਤੁਸੀਂ ਕਹਿੰਦੇ ਵੀ ਇਹ ਰਾਜ ਸਰਕਾਰ ਜਾ ਕੇ ਉਹਨਾਂ ਨੂੰ ਦੱਸੇ ਵੀ ਕਿੰਨੇ ਉੱਥੇ ਜਾਨ ਜਿਹੜੇ ਕਿਸਾਨ ਸ਼ਹੀਦ ਹੋ ਗਿਆ। ਸਿਰਫ ਪੰਜਾਬ ਦੇ ਸ਼ਹੀਦ ਹੋਏ ਨੇ, ਬਾਕੀ ਜਿਹੜੀਆਂ ਸਟੇਟਾਂ ਦੇ ਸ਼ਹੀਦ ਨਹੀਂ ਹੋਏ। ਹੱਦ ਹੋ ਗਈ। ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ, ਤੁਸੀਂ ਸ਼ਹੀਦ ਮੰਨਦੇ ਹੋ? ਉਮਰ ਦੇ ਤੁਸੀਂ ਮੈਂ ਇਹਨਾਂ ਨਾਲ ਡਿਬੇਟ ਹੀ ਨਹੀਂ ਕਰਨਾ ਚਾਹੁੰਦਾ। ਰੁਕ ਜਾਓ, ਆਪਾਂ ਇੱਕ ਕਮੈਂਟ ਲੈ ਲਈਏ। ਧਾਲੀਵਾਲ ਸਾਹਿਬ, ਤੁਸੀਂ ਸ਼ਹੀਦ ਮੰਨਦੇ ਹੋ? ਜਿੰਨੇ ਪੰਜਾਬ ਸਰਕਾਰ ਜਿੱਥੋਂ ਦਾ ਮੈਂ ਬਸ਼ਿੰਦਾ, ਜੇ ਮੇਰਾ ਮੁੱਖ ਮੰਤਰੀ ਜਿੰਨੇ ਕਿਸਾਨਾਂ ਨੂੰ ਸ਼ਹੀਦ ਦਾ ਦਰਜਾ ਦਿੰਦਾ, ਮੇਰੇ ਵਾਸਤੇ ਉਹ ਸ਼ਹੀਦ ਹੈ। ਹੱਥ ਜੋੜ ਕੇ ਚਲੋ ਧਾਲੀਵਾਲ ਜੀ, ਆਪਾਂ ਲੰਬੀ ਹੁਣ ਕਿਤਨਾ ਕਿਹਾ ਤੁਸੀਂ ਸ਼ਹੀਦ ਹੈ? ਪਹਿਲੋਂ ਇੱਕ ਮਿੰਟ ਗਗਨ ਜੀ, ਇਹਨਾਂ ਨੇ ਪਹਿਲੋਂ ਕਿਹਾ ਸ਼ਹੀਦ ਨਹੀਂ, ਹੁਣ ਤੁਸੀਂ ਕਿਤਨਾ ਕਿਹਾ ਸ਼ਹੀਦ ਨਹੀਂਗਾ? ਤੁਸੀਂ ਕਿਤਨਾ ਇਹ ਪਹਿਲੋਂ ਤੁਸੀਂ ਕਿਹਾ ਵੀ ਉਹ ਸ਼ਹੀਦ ਨਹੀਂਗੇ ਭਾਈ, ਹੁਣ ਤੁਸੀਂ ਕਿਹਾ ਸ਼ਹੀਦ ਆ? ਕਿਤਨਾ ਕਿੰਨੇ ਬੜੇ ਤੁਸੀਂ ਮਾਨ ਸਨਮਾਨ ਨਾਲ ਇਹ ਗੱਲ ਕਹਿ ਤੇ ਦਿੱਤੀ ਆ, ਮੈਂ ਦੂਸਰਾ ਗਰੇਵਾਲ ਬਣ ਰਿਹਾ।
ਤੁਸੀਂ ਬੜੇ ਅੱਜ ਬੜੇ ਸ਼ਾਨ ਨਾਲ ਗੱਲ ਕਹੀ ਆ। ਮਾਫ ਕਰਿਓ ਧਾਰੀਵਾਲ ਜੀ ਵੀ ਮੈਂ ਦੂਜਾ ਗਰੇਵਾਲ ਬਣ ਰਿਹਾ। ਇਹਨੂੰ ਚੰਗੇ ਰਹੋਗੇ ਸ਼ਬਦ ਨੂੰ ਵਾਪਸ ਲੈ ਕੇ। ਅੱਛਾ ਵਾਪਸ ਲੈ ਲਓ। ਧਾਲੀਵਾਲ ਜੀ ਚਲੋ ਆਪਾਂ ਲੰਬੀ ਬਹਿਸ ਦੇ ਵਿੱਚ ਨਹੀਂ ਪਾਉਂਦੇ। ਮੈਂ ਤੁਹਾਨੂੰ ਇੱਕ ਫੈਕਟ ਦੱਸਦਾ, ਜੇ ਉੱਥੇ ਕਿਸੇ ਦੀ ਮੌਤ ਹੋ ਜਾਂਦੀ ਹੈ, ਨੇੜੇ ਦੇ ਥਾਣੇ ਦੇ ਵਿੱਚ ਸਾਰਾ ਕੁਝ ਦਰਜ ਹੁੰਦਾ ਹੈ, ਤਾਂ ਤੁਸੀਂ ਦੇਖ ਲਓ ਕਿ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਬੈਠੇ ਨੇ, ਔਰ ਇਕੱਲੇ ਪੰਜਾਬ ਦੇ ਨਹੀਂ ਹੈਗੇ, ਯੂਪੀ ਦੇ ਵੀ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ, ਔਰ ਇਸ ਤੋਂ ਇਲਾਵਾ ਉੱਤਰਾਖੰਡ ਦੇ ਕਿਸਾਨ ਨੇ, ਸਾਰੇ ਹੀ ਕਿਸਾਨ ਨੇ। ਤਾਂ ਮੈਨੂੰ ਲੱਗਦਾ ਕਿ ਇਹ ਜਿਹੜਾ ਹਾਂਜੀ ਆਮ ਆਦਮੀ ਪਾਰਟੀ ਦਾ ਕੋਈ ਬੁਲਾਰਾ ਆਪਣੇ ਕੋਲੇ ਹੈ ਨਹੀਂ ਮੈਂ ਆਮ ਆਦਮੀ ਪਾਰਟੀ ਤੋਂ ਵੀ ਪੁੱਛ ਲੈਂਦਾ ਕਿ ਭਾਈ ਤੁਸੀਂ ਕਿੰਨੇ ਸ਼ਹੀਦ ਲਾਣੇ ਆ। ਤੋ ਜਿੰਨੇ ਉਹਨਾਂ ਨੇ ਐਲਾਨ ਕੇ ਲਿਸਟ ਦਿੱਤੀ ਹੈ, ਜੇ ਕੇਂਦਰ ਸਰਕਾਰ ਨੂੰ ਭੇਜੀ ਹੈ ਤੇ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਕੋਲੇ ਕਿਉਂ ਨਹੀਂ ਉਹ ਲਿਸਟ ਹੈਗੀ, ਤਾਂ ਉਹ ਗੱਲ ਤੇ ਆਪਾਂ ਮੈਂ ਜਵਾਬ ਦੇ ਸਕਦਾ ਸੀ ਇੱਥੇ। ਪਰ ਸਾਡੀ ਰਾਜ ਸਰਕਾਰ ਨੇ ਇੱਕ ਵੀ ਬੰਦੇ ਨੂੰ, ਇੱਕ ਵੀ ਕਿਸੇ ਕਿਸਾਨ ਦੀ, ਦੇਖੋ ਕਿਸੇ ਦੀ ਮੌਤ ਹੋ ਜਾਣੀ ਬਹੁਤ ਦੁਖਦਾਈ ਹੈ, ਭਾਵੇਂ ਉਹ ਕਰੋਨਾ ਦੌਰਾਨ ਹੋ ਗਈ, ਭਾਵੇਂ ਕਿਸੇ ਅੰਦੋਲਨ ਦੌਰਾਨ ਹੋ ਗਈ, ਭਾਵੇਂ ਕਿਸੇ ਵਿਪਤਾ ਦੇ ਦੌਰਾਨ ਹੋ ਗਈ, ਪਰ ਉਹਨੂੰ ਸ਼ਹੀਦ ਐਲਾਨਣਾ, ਸ਼ਹੀਦ ਕਹਿਣਾ, ਨੈਸ਼ਨਲ ਟੈਲੀਵਿਜ਼ਨ ਤੇ ਡਿਬੇਟ ਕਰਨਾ ਉਸ ਝੂਠ ਤੇ। ਔਰ ਮੁੱਖ ਮੰਤਰੀ ਨੇ ਖੁਦ ਜਿਹੜਾ ਹੈਗਾ ਇਹ ਗੱਲ ਮੰਨੀ ਹੈ ਕਿ ਅਸੀਂ ਕਿਸੇ ਨੂੰ ਸ਼ਹੀਦ ਨਹੀਂ ਐਲਾਨਿਆ, ਉਹਨਾਂ ਨੇ ਉਹ ਦਿੱਤਾ। ਹੁਣ ਅੱਜ ਦੇਖੋ ਬੁਲਾਰੇ ਆ ਪਾਰਟੀ ਦੇ, ਉਹ ਇਸ ਗੱਲ ਤੋਂ ਕਨਫਿਊਜ਼ ਹੈ ਵੀ ਸਾਡੀ ਪਾਰਟੀ। ਪਰ ਧਾਲੀਵਾਲ ਜੀ ਇੱਕ ਚੀਜ਼ ਹੈ, ਧਾਲੀਵਾਲ ਜੀ ਇੱਕ ਚੀਜ਼ ਹੈ, ਇਹ ਤਾਂ ਮੰਨਦੇ ਹੋ ਕਿ ਲੋਕਾਂ ਦੇ ਸੈਂਟੀਮੈਂਟਸ ਬਹੁਤ ਜੁੜੇ ਹੋਏ ਨੇ। ਜੇ ਕਹਿ ਵੀ ਦਿੱਤਾ ਸ਼ਹੀਦ, ਤਾਂ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਦੁੱਖ ਹੋਣਾ ਚਾਹੀਦਾ ਜਾਂ ਕਿਸੇ ਨੂੰ ਕੋਈ ਆਪੱਤੀ ਹੋਣੀ ਚਾਹੀਦੀ ਹੈ। ਬਿਲਕੁਲ ਨਹੀਂ। ਦੇਖੋ ਜੇ ਕਿਸੇ ਦੀ ਮੌਤ ਉੱਥੇ ਹੁੰਦੀ ਉਹ ਦੁੱਖਦਾਈ ਆ, ਉਸ ਪਰਿਵਾਰ ਦੇ ਦੁੱਖ 'ਚ ਪੰਜਾਬ ਭਾਜਪਾ ਇਕਾਈ ਬਰਾਬਰ ਦੀ ਸ਼ਰੀਕ ਆ। ਅਸੀਂ ਸਾਰੇ ਬਰਾਬਰ ਦੇ ਸ਼ਰੀਕ, ਸਾਡੇ ਭੈਣ ਭਰਾ। ਗਗਨ ਜੀ ਇੱਕ ਮਿੰਟ, ਪਰ ਉਹਨਾਂ ਚਲੋ ਕੁਲਦੀਪ ਆਪਾਂ ਨਰਿੰਦਰ ਜੀ ਦਾ ਕਮੈਂਟ ਲੈ ਲਈਏ, ਫਿਰ ਬੜੀ ਦੇਰ ਤੋਂ ਵੇਟ ਕਰ ਰਹੇ ਨੇ, ਆਪਾਂ ਅਰਸ਼ਦੀਪ ਹੋਰਾਂ ਤੋਂ ਵੀ ਲੈਣਾ। ਜੀ ਨਰਿੰਦਰ ਜੀ ਬਹੁਤ ਬਰੀਫ ਦੇ ਵਿੱਚ ਰੱਖਿਓ, ਬਰੀਫ ਦੇ ਵਿੱਚ। ਬਰੀਫ 'ਚ ਮੈਂ ਇੱਕੋ ਲਾਈਨ 'ਚ ਬੋਲੂੰਗਾ, ਮੈਂ ਇਹਨਾਂ ਵਾਸਤੇ ਬੋਲੂੰਗਾ। ਧਾਰੀਵਾਲ ਜੀ ਸੁਣੋ, ऐ मेरे वतन के लोगों जरा आंख में भर लो पानी, जो शहीद हुए हैं उनकी जरा याद करो कुर्बानी। ਤੁਸੀਂ ਮੈਨੂੰ ਲੱਗਦਾ ਕਦੀ ਪਿੰਡ ਗਏ ਨਹੀਂ, ਤੁਸੀਂ ਵਾਈ ਕੀਤੀ ਨਹੀਂ, ਮੈਂ ਵਾਈ ਖੁਦ ਕੀਤੀ ਹੈ, ਮੈਨੂੰ ਪਤਾ ਕਿਸਾਨਾਂ ਦਾ ਦਰਦ ਕੀ ਹੁੰਦਾ। ਜੇ ਤੁਸੀਂ ਇਹਨਾਂ ਨੂੰ ਸ਼ਹੀਦ ਨਹੀਂ ਨਾ ਮੰਨਦੇ, ਪਾਰਟੀ ਮੰਨੇ ਤਾਂ ਨਾ ਮੰਨੇ, ਮੈਂ ਸਰਦਾਰ ਨਰਿੰਦਰ ਸਿੰਘ ਉਹਨਾਂ ਨੂੰ ਸ਼ਹੀਦ ਮੰਨਦਾ ਸੀ ਤੇ ਰਹੂੰਗਾ। ਦੈਟਸ ਇਟ। ਚਲੋ ਠੀਕ ਹੈ, ਆਪਾਂ ਅਰਸ਼ਦੀਪ ਕਲੀਅਰ ਹੋਣਾ ਦੇ ਕਮੈਂਟ ਲੈ ਲਈਏ। ਕਲੀਅਰ ਜੀ ਬਹੁਤ ਬਰੀਫ ਦੇ ਵਿੱਚ ਕਰ ਲਓ ਤੁਸੀਂ ਕੰਪਲੀਟ। ਨਹੀਂ, ਮੈਂ ਇਹ ਗੱਲ ਕਹਿਣਾ ਜੀ ਕਿ ਜਿੰਨੇ ਵੱਡੇ ਅੰਦੋਲਨ ਹੋਏ, ਉਰੇ ਬਹੁਤ ਲੋਕ ਵਿਚਾਰੇ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਵੀ ਹਿੱਸਾ ਪਾ ਕੇ ਸਰਕਾਰਾਂ ਉਹਨਾਂ ਨੂੰ ਨਹੀਂ ਸ਼ਹੀਦ ਐਲਾਨ ਸਕੀ। ਔਰ ਸਭ ਤੋਂ ਵੱਡੀ ਗੱਲ ਹੈ, ਖਟਕੜ ਕਲਾਂ ਮੱਥਾ ਟੇਕਣ ਚਲੇ ਜਾਂਦੇ ਆ, ਭਗਤ ਸਿੰਘ ਨੂੰ ਇਹ ਸ਼ਹੀਦ ਤੱਕ ਦਾ ਦਰਜਾ ਨਹੀਂ ਦੇ ਸਕਦੇ। ਸੋ ਬਿਲਕੁਲ ਠੀਕ ਹੈ। ਜਿਹੜੇ ਕਿਸਾਨ ਨੇ ਦਿੱਲੀ ਦੇ ਵਿੱਚ ਬੈਠੇ ਨੇ, ਉਹ ਸਾਡੇ ਪੰਜਾਬ ਦੀ ਕਿਸਾਨੀ ਦੀ, ਦੇਸ਼ ਦੀ ਲੜਾਈ ਲੜ ਰਹੇ ਨੇ। ਸੋ ਉੱਥੇ ਉਹਨਾਂ ਦੀ ਅਗਰ ਮੌਤ ਹੁੰਦੀ ਹੈ ਤਾਂ ਸਾਡੇ ਲਈ ਉਹ ਸ਼ਹੀਦ ਨੇ। ਔਰ ਦੂਜੀ ਜਿਹੜੀ ਵੱਡੀ ਗੱਲ ਹੈ, ਮੈਂ ਤਾਂ ਧਾਲੀਵਾਲ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਉਹ ਦੇਸ਼ ਦੇ ਨਾਗਰਿਕ ਨਹੀਂ। ਮੇਰਾ ਸ਼ਰਮ ਨਾਲ ਸਿਰ ਉਦੋਂ ਝੁਕ ਗਿਆ ਸੀ ਜਿੱਦਣ ਦੇਸ਼ ਦੀ ਪਾਰਲੀਮੈਂਟ ਦੇ ਵਿੱਚ 550 ਕਿਸਾਨਾਂ ਦੀ ਸ਼ਹੀਦੀ ਨੂੰ, ਚਲੋ ਤੁਸੀਂ ਉਹਨਾਂ ਨੂੰ ਸ਼ਹੀਦ ਨਹੀਂ ਮੰਨਦੇ, ਪਰ ਉਹ ਸਾਡੀ ਲੜਾਈ ਲੜ ਰਹੇ ਨੇ। ਉਹਨਾਂ ਦੀ ਮੌਤ ਤੇ ਉੱਥੇ ਅਫਸੋਸ ਤੱਕ ਉਸ ਪਾਰਲੀਮੈਂਟ ਨੇ ਨਹੀਂ ਕੀਤਾ। ਦੇਸ਼ ਦੇ ਪ੍ਰਧਾਨ ਮੰਤਰੀ ਨੇ 2 ਸ਼ਬਦ ਸੰਵੇਦਨਾ ਦੇ ਨਹੀਂ ਬੋਲੇ। ਸੋ ਕੀ ਡੈਮੋਕ੍ਰੇਸੀ ਦੇ ਵਿੱਚ 550 ਜਾਨਾਂ ਦੀ ਕੋਈ ਕਦਰ ਹੀ ਨਹੀਂ, ਕੋਈ ਕੀਮਤ ਹੀ ਨਹੀਂ। ਔਰ ਜਿਹੜੀ ਦੂਸਰੀ ਵੱਡੀ ਗੱਲ ਹੈ, ਮੈਂ ਧਾਲੀਵਾਲ ਸਾਹਿਬ ਫੇਰ ਦੁਬਾਰਾ ਕਹਿਣਾ ਚਾਹੁੰਦਾ ਕਿ ਕੇਂਦਰ ਸਰਕਾਰ ਦੀਆਂ ਏਜੰਸੀਆਂ ਜਿਹੜੀਆਂ ਸਾਰਾ ਦਿਨ ਉੱਥੇ ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ ਬਿਲਕੁਲ ਰਹਿੰਦੀਆਂ ਨੇ, ਉਹਨਾਂ ਕੋਲ ਕੱਲਾ ਡਾਟਾ ਹੈ ਕਿ ਕਿੰਨੇ ਲੋਕ ਉਰੇ ਆਏ ਨੇ, ਕਿੰਨੇ ਸ਼ਹੀਦ ਹੋਏ ਨੇ। ਸੋ ਐਸੇ ਹਾਸੋਹੀਣੇ ਬਿਆਨ ਦੇ ਕੇ ਤੁਸੀਂ ਸਰਕਾਰ ਦੀ ਬੇਇੱਜ਼ਤੀ ਕਰਾ ਰਹੇ ਹੋ ਔਰ ਅੰਨਦਾਤੇ ਦਾ ਵੀ ਅਪਮਾਨ ਕਰ ਰਹੇ ਹੋ। ਹਾਂਜੀ ਕੁਲਦੀਪ ਜੀ ਕੁਝ ਕਹਿਣਾ ਚਾਹੁੰਦੇ ਹੋ? ਕਹਿ ਲਓ ਬਹੁਤ ਬਰੀਫ ਦੇ ਵਿੱਚ, ਇੱਕ ਅੱਧੇ ਸੈਂਟੈਂਸ ਦੇ ਵਿੱਚ ਕੰਪਲੀਟ ਕਰ ਲਓ। ਸ਼ੇਰ ਸਾਹਿਬ ਗੁੰਮਰਾਹ ਨਾ ਕਰੋ ਕਿਰਪਾ ਕਰਕੇ। ਕਿਸੇ ਦੀ ਵੀ ਜਿਹੜੀ ਮੌਤ ਹੋਈ ਆ, ਜਦੋਂ 23 ਤਰੀਕ ਤੋਂ ਪਹਿਲਾਂ ਬੈਠਕਾਂ ਹੋਈਆਂ, ਜਿੰਨੇ ਕਿਸਾਨਾਂ ਦੀਆਂ ਮੌਤਾਂ, ਸਭ ਨੂੰ ਖੜੇ ਹੋ ਕੇ ਸ਼ਰਧਾਂਜਲੀ ਸਰਕਾਰ ਵੱਲੋਂ ਦਿੱਤੀ ਗਈ ਆ। ਔਰ ਇਹ ਮੈਂ ਨਹੀਂ ਕਹਿੰਦਾ, ਕਿਸਾਨ ਆਗੂਆਂ ਨੇ ਸਾਰੇ ਚੈਨਲਾਂ ਤੇ ਆ ਕੇ ਪਰ ਕੁਲਦੀਪ ਜੀ ਕਿਸਾਨ ਆਗੂਆਂ ਦੇ ਵੱਲੋਂ ਦਵਾਈ ਗਈ ਸੀ। ਠੀਕ ਹੈ, ਚਲੋ ਇਹ ਆਪਾਂ ਬਹਿਸ ਨੂੰ ਇੱਥੇ ਹੀ ਖਤਮ ਕਰਦੇ ਹਾਂ ਔਰ ਆਸ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਪਸੰਦ ਆਈ ਹੋਵੇਗੀ। ਸਾਡੇ ਕੋਲ ਸਮਾਂ ਬਹੁਤ ਸੀਮਿਤ ਹੈ, ਸਮਾਂ ਇੰਨਾ ਹੀ ਸੀ। ਇੱਕ ਵਾਰ ਫਿਰ ਤੋਂ ਮੈਂ ਸਾਰੇ ਪੈਨਲ ਦਾ ਐਡਵੋਕੇਟ ਅਰਸ਼ਦੀਪ ਕਲੇਰ ਸੀਗੇ, ਬੁਲਾਰੇ ਸ਼੍ਰੋਮਣੀ ਅਕਾਲੀ ਦਲ ਦੇ ਜੁੜੇ ਸੀ, ਔਰ ਜੁਆਇੰਟ ਸੈਕਟਰੀ ਪੰਜਾਬ ਕਾਂਗਰਸ ਦੇ ਨਰਿੰਦਰ ਸਿੰਘ ਸੰਧੂ, ਔਰ ਇਸ ਤੋਂ ਇਲਾਵਾ ਕੁਲਦੀਪ ਸਿੰਘ ਧਾਲੀਵਾਲ ਐਗਜ਼ੀਕਿਊਟਿਵ ਮੈਂਬਰ ਭਾਜਪਾ ਪੰਜਾਬ ਦੇ ਜੁੜੇ ਸੀ। ਔਰ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦੇ ਹਾਂ ਔਰ ਆਸ ਉਮੀਦ ਕਰਦੇ ਹਾਂ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਸਾਰੀਆਂ ਪਾਰਟੀਆਂ ਇੱਕ ਮੰਚ ਤੇ ਜ਼ਰੂਰ ਇਕੱਠੀਆਂ ਹੋਣਗੀਆਂ ਤੇ ਕੋਈ ਹੱਲ ਇਹਦਾ ਨਿਕਲੇਗਾ, ਕੋਈ ਸਾਰਥਕ ਪਹਿਲੂ, ਸਾਰਥਕ ਸਿੱਟਾ ਜ਼ਰੂਰ ਨਿਕਲੇਗਾ।
ਤੇ ਆਸ ਉਮੀਦ ਕਰਦੇ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦ ਆਈ ਹੋਵੇਗੀ। ਨਵੀਆਂ ਤੇ ਤਾਜ਼ਾ ਖਬਰਾਂ ਦੇ ਲਈ ਲਗਾਤਾਰ ਬਣੇ ਰਹੋ ਫਾਸਟ ਨਿਊਜ਼ ਦੇ ਨਾਲ। ਧੰਨਵਾਦ।